ਇਹ ਅਟੈਕ ਜਿਹੜਾ ਬੜਾ ਜ਼ਬਰਦਸਤ ਤੇ ਬਹੁਤ ਜ਼ਿਆਦਾ ਸਰਕਾਰ ਨੇ ਸੋਚਿਆ ਸੀਗਾ ਵੀ ਇਹ ਏਡੀ ਵੱਡੀ ਬਹਾਦਰ ਤੇ ਮਾਰਸ਼ਲ ਕੌਮ ਜਿਹੜੀ ਹੈਗੀ ਆ ਜਿਹਨੇ ਜਿਹੜੀ ਸਾਡੇ ਕੋਲੋਂ ਹਿਸਾਬ ਪੁੱਛ ਰਹੀ ਹੈ ਵੀ ਅਸੀਂ 93% ਇਸ ਦੇਸ਼ ਨੂੰ ਆਜ਼ਾਦ ਕਰਾਉਣ ਲਈ ਕੁਰਬਾਨੀਆਂ ਕੀਤੀਆਂ ਨੇ ਤੇ ਸਾਡਾ ਹੱਕ ਕਿੱਥੇ ਆ। ਇਹ ਸੋਚਿਆ ਸੀਗਾ ਵੀ ਇਸ ਤੋਂ ਬਾਅਦ ਕਦੀ ਕੌਮ ਇਹਨਾਂ ਦੀ ਉੱਠੇਗੀ ਨਹੀਂ, ਇੰਨੀ ਬੁਰੀ ਤਰ੍ਹਾਂ ਤੋੜ ਦੇਵਾਂਗੇ ਇਸ ਕੌਮ ਦਾ ਲੱਕ ਵੀ ਇਹ ਦੁਬਾਰਾ ਕਦੀ ਉੱਠ ਕੇ ਇਹ ਨਹੀਂ ਕਹੂਗੀ ਵੀ ਸਾਨੂੰ ਆਜ਼ਾਦੀ ਚਾਹੀਦੀ ਹੈ ਜਾਂ ਸਾਨੂੰ ਸਾਡੇ ਹੱਕ ਚਾਹੀਦੇ ਨੇ। ਅੰਦਰੋਂ ਸਾਰਾ ਕੁਝ ਗਿਆਨ ਸੀਗਾ ਤੇ ਉਹ 1 ਸਾਲ ਦੇ ਹੀ ਕਹਿ ਰਹੇ ਸੀਗੇ ਵੀ ਇਸ ਸਰਕਾਰ ਨੇ ਬਾਜ ਨਹੀਂ ਆਉਣਾ, ਇਹਨਾਂ ਨੇ ਤੋਪਾਂ ਤੇ ਟੈਂਕ ਚਾੜਨੇ ਹੀ ਚਾੜਨੇ ਆ ਦਰਬਾਰ ਸਾਹਿਬ ਦੇ ਉੱਤੇ। ਬਜ਼ਿਦ ਹੈ ਇਹ ਦੁਸ਼ਮਣ ਬਜ਼ਿਦ ਹੈ। ਸੰਤ ਬਾਬਾ ਜਰਨੈਲ ਸਿੰਘ ਜੀ ਦੀ ਸੋਚ ਨੂੰ ਕੋਈ ਖਤਮ ਨਹੀਂ ਕਰ ਸਕਿਆ, ਜਿਹਨਾਂ ਦੀ ਤਸਵੀਰ ਵੀ ਅੱਜ ਹੁਕਮਰਾਨ ਨੂੰ ਸੁੱਤਿਆਂ ਪਿਆਂ ਨੂੰ ਵੀ ਡਰਾਉਂਦੀ ਆ। ਤਾਂ ਜਿਹੜੀ ਸੰਗਤ ਗੁਰਪੁਰਬ ਦੇ ਉੱਪਰ ਆਈ ਸੀ ਕਿ ਉਹਨਾਂ ਨੂੰ ਕੋਈ ਕਾਲ ਨਹੀਂ ਦਿੱਤੀ ਗਈ ਬਾਹਰ ਨਿਕਲਣ ਵਾਸਤੇ? ਨਾ, ਕਿਸੇ ਨੂੰ ਕੁਛ ਨਹੀਂ। ਉਹਨਾਂ ਨੇ ਸਗੋਂ ਜ਼ਿਆਦਾ ਤੋਂ ਜ਼ਿਆਦਾ ਸੰਗਤ ਅੰਦਰ ਵੜ ਦਿੱਤੀ ਤੇ ਗੁਰੂ ਅਰਜਨ ਦੇਵ ਜੀ ਦਾ ਗਰੁੱਪ ਵੀ ਹੀ ਚੁਣਿਆ ਤੇ ਉਹ ਕਮਿਟਮੈਂਟ ਕਰ ਲੈਂਦੇ ਨੇ, ਉਹ ਮਰ ਤਾਂ ਸਕਦੇ ਨੇ ਪਰ ਪਿੱਛੇ ਨਹੀਂ ਮੁੜ ਸਕਦੇ। ਉਹ ਲੋਕ ਸੀਗੇ ਜਿਨ੍ਹਾਂ ਨੇ ਆਪਣੇ ਇਸ ਖਾਲਸਾਈ ਤਵਾਰੀਖ ਦੇ ਉੱਤੇ ਇਸ ਘੱਲੂਘਾਰੇ ਦੇ ਦੌਰਾਨ ਆਪਣੇ ਪਵਿੱਤਰ ਖੂਨ, ਆਖਰੀ ਤਨ ਦੇ ਪਵਿੱਤਰ ਖੂਨ ਦੇ ਕਤਰੇ ਦੇ ਨਾਲ ਸਾਈਨ ਕੀਤੇ ਖਾਲਸਾਈ ਤਵਾਰੀਖ ਦੇ ਉੱਤੇ। ਉਹ ਘੱਲੂਘਾਰਾ ਹੈ ਸਦੀਆਂ ਤੱਕ ਇਸ ਕੌਮ ਨੂੰ ਜਿੰਦਾ ਰੱਖੇਗਾ, ਇਸ ਕੌਮ ਦੇ ਕਿਰਦਾਰ ਨੂੰ ਜਿੰਦਾ ਰੱਖੇਗਾ। ਜਿੰਨਾ ਮਰਜ਼ੀ ਦੁਸ਼ਮਣ ਇਸ ਕੌਮ ਨੂੰ ਖਤਮ ਕਰਨ ਵਾਸਤੇ ਚਾਲਾਂ ਚੱਲ ਲਵੇ ਪਰ ਉਹ ਚੀਜ਼ ਇਹ ਸਾਡੇ ਅੰਦਰੋਂ ਕੋਈ ਨਹੀਂ ਕੱਢ ਸਕਦਾ। ਸਗੋਂ ਮੈਨੂੰ ਫੌਜੀ ਨੇ ਜਦੋਂ ਮੈਨੂੰ ਲੈ ਕੇ ਜਾ ਰਹੇ ਸੀ ਅੰਦਰੋਂ ਕੱਢ ਕੇ, ਤੇ ਮੈਨੂੰ ਇੱਕ ਫੌਜੀ ਨੇ ਕਿਹਾ, ਕਹਿੰਦਾ ਉਹ ਬੱਚਾ ਆਪਕਾ ਪੜਾ ਹੈ ਅੰਦਰ? ਮੈਂ ਕਿਹਾ ਹਾਂ। ਕਹਿੰਦਾ ਆਪ ਲੈ ਕੇ ਆएंगे, ਆਪ ਆਪਣੇ ਬੱਚੇ को ਲੈ ਆਓ। ਤੇ ਮੈਂ ਕਿਹਾ ਹੁਣ ਕੀ ਲਿਆਵਾਂ? ਮੈਂ ਕਿਹਾ ਉਹਨੂੰ ਤਾਂ ਤੁਸੀਂ ਮੈਂ ਕਿਹਾ ਖਤਮ ਕਰ ਦਿੱਤਾ, ਉਹ ਤਾਂ ਹੁਣ ਹੈ ਹੀ ਨਹੀਂ ਹੈ, ਮੈਂ ਲਾਸ਼ ਕਾਹਦੇ ਲਈ ਚੁੱਕ ਕੇ ਲਿਆਵਾਂ। ਭਾਰਤ ਦੀ ਆਜ਼ਾਦੀ ਵਾਸਤੇ 90% ਕੁਰਬਾਨੀਆਂ ਕਰਨ ਵਾਲੀ ਸਿੱਖ ਕੌਮ ਦੁਨੀਆ ਦੀ ਮਾਰਸ਼ਲ ਕੌਮ ਮੰਨੀ ਜਾਂਦੀ ਹੈ। ਪਰ ਭਾਰਤ ਦੇ ਕੀ ਦੁਨੀਆ ਦੇ ਇਤਿਹਾਸ ਦੇ ਵਿੱਚ ਪਹਿਲੀ ਵਾਰ ਹੋਇਆ ਇਹ ਕਿ ਉਸੇ ਦੇਸ਼ ਦੇ ਵਿੱਚ ਵਸਣ ਵਾਲੇ ਲੋਕਾਂ ਨੂੰ ਉਸੇ ਹੀ ਹਕੂਮਤ ਦੇ ਕੋਲੋਂ ਜਿਹੜਾ ਹੈ ਵੱਡੀ ਇੱਕ ਮੁਸੀਬਤ ਦਾ ਸਾਹਮਣਾ ਕਰਨਾ ਪੈ ਜਾਂਦਾ ਹੈ। ਸਿੱਖਾਂ ਦਾ ਸਰਵੋਤਮ ਅਸਥਾਨ ਹੈ ਸ੍ਰੀ ਦਰਬਾਰ ਸਾਹਿਬ, ਸ੍ਰੀ ਅਕਾਲ ਤਖਤ ਸਾਹਿਬ, ਜਿਸ ਨੂੰ ਜੂਨ 1984 ਦੇ ਘੱਲੂਘਾਰੇ ਦੇ ਦਰਮਿਆਨ ਭਾਰਤੀ ਹਕੂਮਤ ਦੇ ਤਸ਼ੱਦਦ ਦਾ ਅਨੇਕਾਂ ਸਿੱਖ ਸੰਗਤਾਂ ਨੂੰ ਸ਼ਿਕਾਰ ਹੋਣਾ ਪੈਂਦਾ ਏ। ਅਨੇਕਾਂ ਸਿੰਘ ਸ੍ਰੀ ਅਕਾਲ ਤਖਤ ਸਾਹਿਬ ਦੀ ਚੌਗਿਰਦੇ ਦੇ ਵਿੱਚ ਭਾਰਤੀ ਹਕੂਮਤ ਦੀ ਫੌਜ ਦੇ ਨਾਲ ਲੜਦਿਆਂ ਹੋਇਆਂ ਜਾਮੇ ਸ਼ਹਾਦਤ ਦਾ ਜਾਮ ਪੀ ਜਾਂਦੇ ਨੇ। ਜੂਨ ਦਾ ਮਹੀਨਾ ਆਰੰਭ ਹੋ ਚੁੱਕਾ ਏ ਔਰ ਜੂਨ 1984 ਦੇ ਘੱਲੂਘਾਰੇ ਦੇ ਚਸ਼ਮਦੀਦ ਗਵਾਹਾਂ ਦੇ ਨਾਲ ਗੱਲਬਾਤ ਕਰ ਰਹੇ ਹਾਂ, ਜਿਨ੍ਹਾਂ ਨੇ ਇਸ ਸੰਘਰਸ਼ ਨੂੰ ਆਪਣੀਆਂ ਅੱਖਾਂ ਦੇ ਨਾਲ ਤੱਕਿਆ। ਜਿਹੜੀ ਭਾਰਤੀ ਫੌਜ ਵੱਲੋਂ ਜ਼ਿਆਦਤੀ ਕੀਤੀ ਗਈ ਸਿੱਖਾਂ ਦੇ ਉੱਪਰ, ਸਿੱਖ ਸੰਗਤ ਦੇ ਉੱਪਰ ਜਿਹੜਾ ਹੈ ਅਣਮਨੁੱਖੀ ਤਸ਼ੱਦਦ ਢਾਇਆ ਗਿਆ, ਉਸ ਦੀ ਦਰਦਨਾਕ ਦਾਸਤਾਨ ਦੀ ਗੱਲਬਾਤ ਕਰਨ ਵਾਸਤੇ ਸ਼ਹੀਦ ਭਾਈ ਰਿਸ਼ਪਾਲ ਸਿੰਘ ਜੀ, ਜੋ ਕਿ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੇ ਪੀਏ ਸਨ, ਉਹਨਾਂ ਦੀ ਧਰਮ ਸੁਪਤਨੀ ਬੀਬੀ ਪ੍ਰੀਤਮ ਕੌਰ ਜੀ ਦੇ ਨਾਲ ਗੱਲਬਾਤ ਕਰਾਂਗੇ ਔਰ तमाम ਜੋ ਕੁਝ ਦਰਬਾਰ ਸਾਹਿਬ ਦੇ ਵਿੱਚ ਜੂਨ 1984 ਦੇ ਘੱਲੂਘਾਰੇ ਦੇ ਦਰਮਿਆਨ ਵਾਪਰਦਾ ਉਹਦੇ ਬਾਰੇ ਪੂਰੀ ਜਾਣਕਾਰੀ ਲਵਾਂਗੇ। ਬੀਬੀ ਜੀ, ਸਭ ਤੋਂ ਪਹਿਲਾਂ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੇਟੇ ਬੀਬੀ ਜੀ, ਸਭ ਤੋਂ ਪਹਿਲਾਂ ਜਾਣਨਾ ਚਾਹੁੰਦੇ ਹਾਂ ਜਾਣਕਾਰੀ ਵਾਸਤੇ, ਤੁਸੀਂ ਉਸ ਘੱਲੂਘਾਰੇ ਨੂੰ ਆਪਣੀਆਂ ਅੱਖਾਂ ਦੇ ਨਾਲ ਤੱਕਿਆ। ਦਰਬਾਰ ਸਾਹਿਬ ਦੇ ਵਿੱਚ ਜਿਹੜਾ ਹੈ ਸਿੱਖ ਸੰਗਤਾਂ ਗੁਰੂ ਅਰਜਨ ਪਾਤਸ਼ਾਹ ਮਹਾਰਾਜ ਜੀ ਦੇ ਸ਼ਹੀਦੀ ਪੁਰਬ ਦੇ ਦਰਮਿਆਨ ਜਿਹੜਾ ਸੀ ਦਰਸ਼ਨ ਦੀਦਾਰ ਕਰਨ ਵਾਸਤੇ ਆਈਆਂ ਸੀ। ਤਾਂ ਸਭ ਤੋਂ ਪਹਿਲਾਂ ਮੁੱਢਲਾ ਸਵਾਲ ਹੈ, ਭਾਰਤੀ ਹਕੂਮਤ ਦਾ ਸਿੱਖਾਂ ਦੇ ਸਰਵੋਤਮ ਅਸਥਾਨ ਦੇ ਉੱਪਰ ਅਟੈਕ ਕਰਨ ਦਾ ਕਾਰਨ ਕੀ ਸੀ? ਜੂਨ 1984 ਦੇ ਘੱਲੂਘਾਰੇ ਨੂੰ 38 ਸਾਲ ਬੀਤ ਗਏ ਨੇ ਤੇ ਉਹ ਕੋਈ ਘੱਲੂਘਾਰਾ ਪਹਿਲਾ ਘੱਲੂਘਾਰਾ ਨਹੀਂ ਸੀ। ਉਸ ਤੋਂ ਪਹਿਲਾਂ ਵੀ ਬਾਰ-ਬਾਰ ਦੁਸ਼ਮਣ ਚੜ੍ਹ ਕੇ ਆਉਂਦਾ ਰਿਹਾ ਸਾਡੀ ਆਸਥਾ ਦੇ ਉੱਤੇ, ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਅਟੈਕ ਕਰਦਾ ਰਿਹਾ। ਇਹ ਕੋਈ ਪਹਿਲੀ ਵਾਰ ਨਹੀਂ ਸੀ। ਇਸ ਵਾਰ ਪਹਿਲੇ ਵਾਲੇ ਸਾਰੇ ਹੁਕਮਰਾਨਾਂ ਨੂੰ ਪਿੱਛੇ ਛੱਡਣ ਵਾਲਾ ਹੁਕਮਰਾਨ ਸੀ, ਜਿਹੜਾ 500 ਸਾਲ ਦਾ
ਘਾੜਤਾਂ ਘੜ ਰਿਹਾ ਸੀਗਾ ਸਾਡੀ ਕੌਮ ਦੀ ਨਸਲਕੁਸ਼ੀ ਕਰਨ ਵਾਸਤੇ। ਉਹ ਕੋਈ ਆਮ ਸਧਾਰਨ ਕੋਈ ਅਟੈਕ ਨਹੀਂ ਸੀਗਾ, ਗਿਣੀ ਮਿੱਥੀ ਸਾਜ਼ਿਸ਼ ਸੀ ਔਰ ਪੂਰੀ ਤਿਆਰੀ ਦੇ ਨਾਲ। ਕੋਈ ਜਦੋਂ ਤੇ ਅਜੇ ਸੰਤ ਬਾਬਾ ਜਰਨੈਲ ਸਿੰਘ ਜੀ ਮਹਿਤੇ ਹੀ ਸੀਗੇ, ਜਦੋਂ ਚਕਰਾਤਾ ਦੀਆਂ ਪਹਾੜੀਆਂ ਦੇ ਵਿੱਚ ਫੌਜ ਨੂੰ ਉੱਥੇ ਦਰਬਾਰ ਸਾਹਿਬ ਦਾ ਮਾਡਲ ਬਣਾ ਕੇ ਤਿਆਰ ਕਰਕੇ ਤੇ ਉੱਥੇ ਉਹਨਾਂ ਨੂੰ ਰਿਹਰਸਲ ਕਰਵਾਈ ਜਾ ਰਹੀ ਸੀ, ਟ੍ਰੇਨਿੰਗ ਦਿੱਤੀ ਜਾ ਰਹੀ ਸੀ ਵੀ ਉੱਥੇ ਤੁਸੀਂ ਜਾਣਾ ਹੈ ਤੇ ਕਰਨਾ ਕੀ ਹੈ। ਉਹ ਕੋਈ ਉਸੇ ਵੇਲੇ ਥੋੜ੍ਹੀ ਨਾ ਕੋਈ ਉਹ ਪਲੈਨਿੰਗ ਹੋਈ ਸੀਗੀ। ਤਾਂ ਇਹ ਅਟੈਕ ਜਿਹੜਾ ਬੜਾ ਜ਼ਬਰਦਸਤ ਤੇ ਬਹੁਤ ਜ਼ਿਆਦਾ ਸਰਕਾਰ ਨੇ ਸੋਚਿਆ ਸੀਗਾ ਵੀ ਇਹ ਏਡੀ ਵੱਡੀ ਬਹਾਦਰ ਤੇ ਮਾਰਸ਼ਲ ਕੌਮ ਜਿਹੜੀ ਹੈਗੀ ਹੈ, ਜਿਹਨੇ ਜਿਹੜੀ ਸਾਡੇ ਕੋਲੋਂ ਹਿਸਾਬ ਪੁੱਛ ਰਹੀ ਹੈ ਵੀ ਅਸੀਂ 93% ਇਸ ਦੇਸ਼ ਨੂੰ ਆਜ਼ਾਦ ਕਰਾਉਣ ਲਈ ਕੁਰਬਾਨੀਆਂ ਕੀਤੀਆਂ ਨੇ ਤੇ ਸਾਡਾ ਹੱਕ ਕਿੱਥੇ ਆ, ਤੇ ਆਪਣਾ ਹੱਕ ਮੰਗ ਰਹੀ ਆ। ਤੇ ਹੱਕ ਮੰਗਣ ਵਾਸਤੇ ਇੱਕ ਕੌਮੀ ਯੋਧਾ, ਸੱਚਾ ਸੁੱਚਾ ਨਿਧੜਕ ਕੌਮ ਦਾ ਜਰਨੈਲ, ਬਾਬਾ ਏ ਕੌਮ ਕਰਨੀ ਤੇ ਕਥਨੀ ਦਾ ਪੂਰਾ ਸੂਰਬੀਰ, ਜਿਹੜਾ ਕੌਮ ਨੂੰ ਇੱਕ ਆਗੂ ਦੇ ਰੂਪ ਦੇ ਵਿੱਚ ਮਿਲ ਗਿਆ ਸੀਗਾ 78 ਤੋਂ ਬਾਅਦ, ਸੰਤ ਬਾਬਾ ਜਰਨੈਲ ਸਿੰਘ ਜੀ। ਉਹਦੇ ਵਾਸਤੇ ਉਹ ਜਾਲ ਪਹਿਲੇ ਹੀ ਬੁਣਨਾ ਸ਼ੁਰੂ ਕਰ ਦਿੱਤਾ ਸੀ ਸਰਕਾਰ ਨੇ, ਇੱਕਦਮ ਨਹੀਂ ਹੋਇਆ। ਤੇ ਫਿਰ ਉਹਨਾਂ ਨੇ ਇਹ ਸੋਚਿਆ ਸੀਗਾ ਵੀ ਇਸ ਤੋਂ ਬਾਅਦ ਕਦੀ ਕੌਮ ਇਹਨਾਂ ਦੀ ਉੱਠੇਗੀ ਨਹੀਂ, ਇੰਨੀ ਬੁਰੀ ਤਰ੍ਹਾਂ ਤੋੜ ਦੇਵਾਂਗੇ ਇਸ ਕੌਮ ਦਾ ਲੱਕ ਵੀ ਇਹ ਦੁਬਾਰਾ ਕਦੀ ਉੱਠ ਕੇ ਇਹ ਨਹੀਂ ਕਹੂਗੀ ਵੀ ਸਾਨੂੰ ਆਜ਼ਾਦੀ ਚਾਹੀਦੀ ਹੈ ਜਾਂ ਸਾਨੂੰ ਸਾਡੇ ਹੱਕ ਚਾਹੀਦੇ ਨੇ ਜੋ ਤੁਸੀਂ ਸਾਡੇ ਮਾਰੇ ਆ। ਤੋ ਹੱਕਾਂ ਦਾ ਹਿਸਾਬ ਤੇ ਹੱਕ ਲੈਣ ਵਾਸਤੇ ਸੰਤ ਬਾਬਾ ਜਰਨੈਲ ਸਿੰਘ ਜੀ ਨੂੰ ਸਬਕ ਸਿਖਾਉਣ ਵਾਸਤੇ, ਕੌਮ ਨੂੰ ਆਗੂ ਲੈਸ ਕਰਨ ਵਾਸਤੇ ਉਹ ਸਾਰੀ ਪਲੈਨਿੰਗ ਹੋਈ। ਜੇ ਆਪਾਂ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੀ ਸ਼ਖਸੀਅਤ ਦੀ ਗੱਲ ਕਰੀਏ ਤਾਂ ਬਹੁਤ ਵੱਡੀ ਸ਼ਖਸੀਅਤ ਸੀ। ਜਿਹੜੇ ਲੋਕ ਗੈਰ ਧਰਮ ਦੇ ਨਾਲ ਸੰਬੰਧਿਤ ਸੀ, ਜਦੋਂ ਉਹਨਾਂ ਦੀ ਸਪੀਚ ਨੂੰ ਸੁਣਦੇ ਸੀ ਜਾਂ ਉਹਨਾਂ ਦੀ ਵਿਚਾਰਧਾਰਾ ਨੂੰ ਸਰਵਣ ਕਰਦੇ ਸੀ ਤਾਂ ਉਹ ਸੰਤ ਭਿੰਡਰਾਂ ਵਾਲਿਆਂ ਦੇ ਉਪਾਸ਼ਕ ਹੋ ਜਾਂਦੇ ਸੀ। ਜੇ ਤੁਹਾਡੀ ਗੱਲ ਕਰੀਏ ਤਾਂ ਤੁਸੀਂ ਸੰਤਾਂ ਦੇ ਨਾਲ ਕਦੋਂ ਜੁੜਦੇ ਹੋ? ਸੰਤਾਂ ਦੇ ਨਾਲ ਜਦੋਂ ਸੰਤਾਂ ਨੇ ਮੋਰਚਾ ਲਾਇਆ ਮੇਰਾ, ਤੇ ਉਦੋਂ ਹੀ ਮਿਲਣਾ ਹੋਇਆ। ਤੇ ਮੈਂ 19 ਜੁਲਾਈ ਨੂੰ ਜਦੋਂ ਮੋਰਚਾ ਲੱਗਦਾ ਹੈ, ਭਾਈ ਅਮਰੀਕ ਸਿੰਘ ਤੇ ਬਾਬਾ ਥਾਰਾ ਸਿੰਘ ਉਹਨਾਂ ਦੀ ਗ੍ਰਿਫਤਾਰੀ ਤੋਂ ਬਾਅਦ ਉਹਨਾਂ ਦੀ ਰਿਹਾਈ ਵਾਸਤੇ ਸੰਤ ਬਾਬਾ ਜਰਨੈਲ ਸਿੰਘ ਨੇ ਜਦੋਂ ਮੋਰਚਾ ਲਾਇਆ ਤੇ 25 ਜੁਲਾਈ ਨੂੰ ਬਹੁਤ ਵੱਡਾ ਇਕੱਠ ਸੱਦਿਆ ਸੀ। ਮੈਂ ਉਦੋਂ ਪਹਿਲੀ ਵਾਰੀ ਸੰਤ ਬਾਬਾ ਜਰਨੈਲ ਸਿੰਘ ਨੂੰ ਮਿਲੀ ਜੀ ਮੋਰਚੇ ਦੇ ਦੌਰਾਨ ਜੀ। ਤੇ ਸ਼ਹੀਦ ਭਾਈ ਰਿਸ਼ਪਾਲ ਸਿੰਘ ਜੀ ਦੀ ਗੱਲ ਕਰੀਏ ਤਾਂ ਉਹਨਾਂ ਦੇ ਨਾਲ ਵਿਆਹ ਹੋਣ ਤੋਂ ਬਾਅਦ ਸੀ ਜਾਂ ਪਹਿਲਾਂ ਦੀ ਗੱਲ ਹੈ? ਪਹਿਲੇ ਦੀ ਗੱਲ, ਪਹਿਲਾਂ ਦੀ ਗੱਲ ਹੈ, ਤੁਸੀਂ ਪਹਿਲਾਂ ਹੀ। ਤੇ ਜਦੋਂ ਜੇ ਆਪਾਂ ਅਗਲੀ ਗੱਲ ਕਰੀਏ ਤਾਂ ਜਦੋਂ ਜੂਨ 1984 ਵਾਲਾ ਘੱਲੂਘਾਰਾ ਵਾਪਰਦਾ ਹੈ ਤਾਂ ਤੁਸੀਂ ਕਿੰਨਾ ਸਮਾਂ ਪਹਿਲਾਂ ਦਰਬਾਰ ਸਾਹਿਬ ਦੇ ਵਿੱਚ ਚਲੇ ਜਾਂਦੇ ਹੋ ਸੰਤਾਂ ਦੇ ਕੋਲ? ਮੈਂ 20 ਫਰਵਰੀ 1983 ਨੂੰ ਮੇਰਾ ਆਨੰਦ ਕਾਰਜ ਹੋਇਆ ਭਾਈ ਰਿਸ਼ਪਾਲ ਸਿੰਘ ਉਹਨਾਂ ਦੇ ਨਾਲ। ਤੇ ਉਸ ਤੋਂ ਬਾਅਦ ਸਾਰਾ ਸਮਾਂ ਮੈਂ ਉੱਥੇ ਹੀ ਰਹੀ ਹਾਂ, ਸੰਤਾਂ ਦੀ ਸੰਗਤ 'ਚ ਹੀ ਰਹੀ ਹਾਂ ਮੈਂ, ਜੱਥੇ ਦੇ ਨਾਲ ਹੀ। ਸੰਤਾਂ ਨੂੰ ਪਤਾ ਸੀ ਇਸ ਗੱਲ ਦਾ ਕਿ ਜਿਹੜੀ ਭਾਰਤੀ ਫੌਜ ਹੈ ਉਹ ਚਕਰਾਤਾ ਦੇ ਵਿੱਚ ਜਾਂ ਹੋਰ ਕੁਝ ਇਸ ਤਰ੍ਹਾਂ ਦੀਆਂ ਜਗ੍ਹਾ ਸੀ ਜਿਨ੍ਹਾਂ ਦੇ ਵਿੱਚ ਫੌਜ ਨੂੰ ਟ੍ਰੇਨਿੰਗ ਦਿੱਤੀ ਜਾ ਰਹੀ ਸੀ ਦਰਬਾਰ ਸਾਹਿਬ ਦਾ ਇੱਕ ਮਾਡਲ ਤਿਆਰ ਕਰਕੇ ਹਮਲਾ ਕਰਨ ਵਾਸਤੇ? ਇਸ ਗੱਲ ਦੀ ਸੰਤਾਂ ਨੂੰ ਵਾਕਫੀਅਤ ਸੀਗੀ? ਸੰਤਾਂ ਨੂੰ ਸੰਤ ਤਾਂ ਕਿਸੇ ਦੀ ਜਾਣਕਾਰੀ ਦੇ ਮੁਹਤਾਜ ਨਹੀਂ ਸੀ। ਉਹਨਾਂ ਦਾ ਜਪ ਤਪ ਇੰਨਾ ਜ਼ਿਆਦਾ ਸੀ, ਤੇਜ ਪ੍ਰਤਾਪ ਇੰਨਾ ਜ਼ਿਆਦਾ ਸੀ, ਬੰਦਗੀ ਇੰਨੀ ਜ਼ਿਆਦਾ ਸੀ ਕਿ ਉਹ ਇੰਨੇ ਮਤਲਬ ਜਿਨ੍ਹਾਂ ਨੂੰ ਅੰਦਰੋਂ ਸਾਰਾ ਕੁਝ ਗਿਆਨ ਸੀਗਾ। ਤੇ ਉਹ 1 ਸਾਲ ਦੇ ਹੀ ਕਹਿ ਰਹੇ ਸੀਗੇ ਵੀ ਇਸ ਸਰਕਾਰ ਨੇ ਬਾਜ ਨਹੀਂ ਆਉਣਾ, ਇਹਨਾਂ ਨੇ ਤੋਪਾਂ ਤੇ ਟੈਂਕ ਚਾੜਨੇ ਹੀ ਚਾੜਨੇ ਆ ਦਰਬਾਰ ਸਾਹਿਬ ਦੇ ਉੱਤੇ। ਬਜ਼ਿਦ ਹੈ ਇਹ ਦੁਸ਼ਮਣ, ਬਜ਼ਿਦ ਹੈ। ਇਹ ਸਾਨੂੰ ਸਬਕ ਸਿਖਾਉਣ ਵਾਸਤੇ ਆਉਣਗੇ, ਸਾਨੂੰ ਸਾਡੀ ਆਸਥਾ ਨੂੰ ਤੋੜਨਾ ਚਾਹੁੰਦੇ ਨੇ ਤੇ ਦਰਬਾਰ ਸਾਹਿਬ ਦੇ ਉੱਤੇ ਮਤਲਬ ਹਮਲਾ ਕਰਕੇ ਉਹ ਸਿੱਖਾਂ ਨੂੰ ਸਬਕ ਸਿਖਾਉਣਾ ਚਾਹੁੰਦੇ ਨੇ ਵੀ ਇਹ ਦੁਬਾਰਾ ਕਦੀ ਹੱਕ ਨਾ ਮੰਗਣ। ਤੇ ਉਹ ਜਿਹੜਾ ਅੰਤਰਜਾਮੀ ਬਾਬਾ ਸੀ ਜੀ, ਉਹਨੂੰ ਸਾਰਾ ਇਲਮ ਸੀ। ਕੁਝ ਇਤਿਹਾਸਕਾਰਾਂ ਦੀ ਲਿਖੀ ਹੋਈ ਜਾਣਕਾਰੀ ਵੀ ਮਿਲਦੀ ਹੈ ਕਿ ਉਹਨਾਂ ਦੇ ਦੁਆਰਾ ਵੀ ਪ੍ਰਸਾਰਿਤ ਕੀਤਾ ਗਿਆ ਕਿ ਜਿਹੜਾ ਕੁਝ ਅਜਿਹੇ ਲੀਡਰ ਸੀ ਜਿਨ੍ਹਾਂ ਨੇ ਇੰਦਰਾ ਗਾਂਧੀ ਨੂੰ ਮਜਬੂਰ ਕੀਤਾ ਕਿ ਦਰਬਾਰ ਸਾਹਿਬ ਦੇ ਉੱਪਰ ਅਟੈਕ ਕੀਤਾ ਜਾਣਾ ਚਾਹੀਦਾ ਹੈ, ਨਹੀਂ ਤਾਂ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਤੁਹਾਡੀ ਰਾਜਗੱਦੀ ਇਹਨੂੰ ਖਤਰਾ ਹੋ ਸਕਦਾ ਹੈ। ਉਹਨਾਂ ਦੇ ਵਿੱਚੋਂ ਜਿਹੜੇ ਲੀਡਰ ਸੀਗੇ ਉਹਨਾਂ ਦਾ ਚਿੱਠੀਆਂ ਲਿਖਣ ਦਾ ਕਾਰਨ ਕੀ ਸੀਗਾ? ਹਾਂ, ਇੱਦਾਂ ਹੀ ਜਦੋਂ ਵੀ ਕੋਈ ਸਿੱਖਾਂ ਨੇ ਜਦੋਂ ਵੀ ਗਿਆ ਆਪਣੇ ਹੱਕਾਂ ਦੀ ਲੜਾਈ ਸ਼ੁਰੂ ਕੀਤੀ, ਜਦੋਂ ਵੀ ਕੋਈ ਮੂਵਮੈਂਟ ਸ਼ੁਰੂ ਹੋਈ, ਜਦੋਂ ਵੀ ਕੋਈ ਸੰਘਰਸ਼ ਆਰੰਭਿਆ ਤੇ ਸਰਕਾਰ ਨੇ ਉਸ ਸੰਘਰਸ਼ ਨੂੰ ਫੇਲ ਕਰਨ ਵਾਸਤੇ, ਤਾਰ-ਪੀੜੋ ਕਰਨ ਵਾਸਤੇ ਇਹੋ ਜਿਹੇ ਹੱਥ ਕੰਡੇ ਵਰਤੇ ਵੀ ਉਹਨਾਂ ਨੇ ਕਮਜ਼ੋਰ ਲੀਡਰਸ਼ਿਪ ਨੂੰ ਯੂਜ਼ ਕੀਤਾ, ਵਰਤਿਆ ਤੇ ਆਪਣੇ ਹੱਥ ਠੁੱਕੇ ਬਣਾ ਕੇ ਉਸ ਸੰਘਰਸ਼ ਨੂੰ ਫੇਲ ਕਰਨ ਵਾਸਤੇ ਉਹਨਾਂ ਨੇ ਪੂਰਾ ਅੰਜਾਮ ਦਿੱਤਾ।
ਤੇ ਉਹ ਅੱਜ ਸਾਰਾ ਕੁਝ ਨੈੱਟ ਤੇ ਹੀ ਆ, ਸਾਰਾ ਕੁਝ ਦੁਨੀਆ ਦੇ ਮਤਲਬ ਨਕਸ਼ੇ ਦੇ ਉੱਤੇ ਮਤਲਬ ਨੰਗਾ ਚਿੱਟਾ ਪਿਆ ਉਹਨਾਂ ਦਾ ਸੱਚ ਜੀ, ਵੀ ਉਹਨਾਂ ਨੇ ਕਿੱਦਾਂ ਉਹਨਾਂ ਨੂੰ ਵਰਤਿਆ, ਕਿੱਦਾਂ ਉਹ ਕਮਜ਼ੋਰ ਲੀਡਰਸ਼ਿਪ ਨੂੰ ਆਪਣੇ ਹੱਥਾਂ 'ਚ ਲਿਆ, ਕਿੱਦਾਂ ਉਹਨਾਂ ਨੂੰ ਲਾਲਚ ਦਿੱਤੇ, ਕਿੱਦਾਂ ਸੰਤ ਬਾਬਾ ਜਰਨੈਲ ਸਿੰਘ ਜੀ ਨੂੰ ਕਮਜ਼ੋਰ ਕਰਨ ਵਾਸਤੇ, ਉਹਨਾਂ ਨੂੰ ਖ਼ਤਮ ਕਰਾਉਣ ਵਾਸਤੇ ਉਹ ਸਾਰੀਆਂ ਚਾਲਾਂ ਚੱਲੀਆਂ ਗਈਆਂ। ਉਹ ਆਪਣੀਆਂ ਚਾਲਾਂ 'ਚ ਕਾਮਯਾਬ ਜ਼ਰੂਰ ਹੋਏ, ਲੇਕਿਨ ਸੰਤ ਬਾਬਾ ਜਰਨੈਲ ਸਿੰਘ ਜੀ ਦੀ ਸੋਚ ਨੂੰ ਕੋਈ ਖ਼ਤਮ ਨਹੀਂ ਕਰ ਸਕਿਆ, ਜਿਨ੍ਹਾਂ ਦੀ ਤਸਵੀਰ ਵੀ ਅੱਜ ਹੁਕਮਰਾਨ ਨੂੰ ਸੁੱਤਿਆਂ ਪਿਆਂ ਨੂੰ ਵੀ ਡਰਾਉਂਦੀ ਆ। ਉਹ ਇਹੋ ਜਿਹਾ ਯੋਧਾ ਸੀਗਾ, ਉਹ ਕੋਈ ਆਮ ਸਧਾਰਨ ਮਨੁੱਖ ਨਹੀਂ ਸੀ ਜਿਹਦੇ ਵਾਸਤੇ ਐਡਾ ਵੱਡਾ ਅਡੰਬਰ ਰਚਿਆ ਗਿਆ, ਐਡਾ ਵੱਡਾ ਪ੍ਰਬੰਧ ਕੀਤਾ ਗਿਆ, ਜਿਹਨੂੰ ਸੰਭਾਲਣ ਵਾਸਤੇ, ਜਿਹਨੂੰ ਖ਼ਤਮ ਕਰਨ ਵਾਸਤੇ ਤੋਪਾਂ ਤੇ ਟੈਂਕ ਲਿਆਉਣੇ ਪਏ। 3 ਦੇਸ਼ਾਂ ਦੀ ਫੋਰਸਾਂ ਦਾ ਜ਼ੋਰ ਲੱਗਿਆ ਹੋਇਆ ਉਹਦੇ ਤੇ ਪੂਰਾ। ਉਹ ਕੋਈ ਸਧਾਰਨ ਸ਼ਖਸੀਅਤ ਥੋੜ੍ਹੀ ਸੀ। ਜੇ ਆਪਾਂ ਗੱਲ ਕਰੀਏ ਤਾਂ ਦਰਬਾਰ ਸਾਹਿਬ ਦੇ ਵਿੱਚ ਜਿਹੜਾ ਭਾਰਤੀ ਹਕੂਮਤ ਵੱਲੋਂ ਹਮਲਾ ਕਰਨ ਦੀਆਂ ਤਿਆਰੀਆਂ ਕੀਤੀਆਂ ਜਾਂਦੀਆਂ ਜਾਂ ਉੱਥੇ ਫਾਇਰਿੰਗ ਕੀਤੀ ਜਾਂਦੀ ਹੈ, ਤਾਂ ਫਾਇਰਿੰਗ 1 ਜੂਨ ਤੋਂ ਸਟਾਰਟਿੰਗ ਹੋ ਜਾਂਦੀ ਹੈ ਜਾਂ ਇਸ ਤੋਂ ਪਹਿਲਾਂ ਵੀ ਕੋਈ ਕਨਸੋ ਮਿਲਦੀ ਹੈ? ਫੌਜ ਨੇ ਘੇਰਾ ਤਾਂ ਪਾ ਲਿਆ ਸੀਗਾ ਪੰਜਾਬ ਦੇ ਵਿੱਚ। ਫੌਜ ਆਈ ਸੀ ਜਦੋਂ ਸਾਰਿਆਂ ਨੂੰ ਪਤਾ ਫੌਜ ਆ ਗਈ ਸੀਗੀ। 6.5 ਲੱਖ ਦੇ ਕਰੀਬ ਫੌਜ ਜਿਹੜੀ ਆ ਉਹ ਵਰਤੀ ਗਈ ਹੈ ਆਪਣੇ ਦਰਬਾਰ ਸਾਹਿਬ ਦੇ ਉੱਤੇ ਅਟੈਕ ਕਰਨ ਵਾਸਤੇ। ਪੰਜਾਬ ਨੂੰ ਦੇਸ਼ ਨਾਲੋਂ ਤੋੜ ਦਿੱਤਾ, ਫਿਰ ਅੰਮ੍ਰਿਤਸਰ ਨੂੰ, ਦਰਬਾਰ ਸਾਹਿਬ ਨੂੰ ਬਾਕੀ ਪੰਜਾਬ ਦੇ ਨਾਲੋਂ ਅਲੱਗ ਕਰ ਦਿੱਤਾ, ਬਾਰਡਰ ਸਾਰੇ ਸੀਲ ਕਰ ਦਿੱਤੇ। ਤੇ ਇਹ ਮਈ ਦੇ ਅਖੀਰ ਵਿੱਚ ਆ ਜਾਂਦੀ ਫੌਜ? ਮਈ ਦੇ ਅਖੀਰ ਦੇ ਵਿੱਚ। ਤੇ ਮੋਰਚਾਬੰਦੀ ਬੜੀ ਤਗੜੀ ਉਹਨਾਂ ਨੇ ਕੀਤੀ ਹੋਈ ਸੀ। ਜਿੰਨੇ ਹਿੰਦੂਆਂ ਦੇ ਉੱਚੇ ਉੱਚੇ ਦਰਬਾਰ ਸਾਹਿਬ ਦੇ 4 ਚੁਫੇਰੇ ਚੁਬਾਰੇ ਸੀਗੇ, ਸਾਰੇ ਖਾਲੀ ਕਰਵਾ ਲਏ ਸੀ ਫੌਜ ਨੇ, ਤੇ ਹਿੰਦੂਆਂ ਨੇ ਖੁਸ਼ ਹੋ ਕੇ ਕਰਕੇ ਦਿੱਤੇ ਸੀ। ਤੇ ਉਹ ਵੀ ਜਿੱਦਾਂ ਇੰਨੇ ਉੱਚੇ ਚੁਬਾਰੇ ਸੀਗੇ ਤੇ ਉੱਥੋਂ ਕੋਈ ਪ੍ਰਕਰਮਾਂ ਦੇ ਵਿੱਚੋਂ ਕੋਈ ਪੱਤਾ ਵੀ ਹਿੱਲਣਾ ਬਹੁਤ ਔਖਾ ਸੀਗਾ। ਇੱਧਰ ਵੀ ਸੰਤ ਬਾਬਾ ਜਰਨੈਲ ਸਿੰਘ ਜੀ ਤੇ ਦੂਜਾ ਫੌਜ ਦਾ ਜਰਨੈਲ ਜਿਹੜਾ ਰਿਟਾਇਰਡ ਅਫਸਰ ਸੰਤਾਂ ਦਾ ਸੱਜਾ ਹੱਥ ਬਣ ਕੇ ਬੈਠਾ ਹੋਇਆ ਸੀਗਾ ਨਾਲ। ਇੱਥੇ ਵੀ ਬਹੁਤ ਸੂਝ-ਬੂਝ ਦੇ ਨਾਲ ਸਾਰੀ ਤਿਆਰੀ ਹੋਈ ਸੀਗੀ ਵੀ ਜੇ ਆਉਣਾ ਹੀ ਹੈ ਦੁਸ਼ਮਣ ਨੇ ਚੜ੍ਹ ਕੇ, ਤੇ ਫਿਰ ਅਸੀਂ ਚੂੜੀਆਂ ਥੋੜ੍ਹੀ ਨਾ ਪਾ ਕੇ ਬੈਠੇ ਰਵਾਂਗੇ। ਜਿਹੜੀ ਦਰਬਾਰ ਸਾਹਿਬ ਦੇ ਅੰਦਰ ਜਿਹੜੀ ਹਮਲਾ ਕਰਨ ਨੂੰ ਫੌਜ ਲਾਈ ਜਾਂਦੀ ਹੈ, ਤਾਂ ਕਿੰਨੀ ਤਰੀਕ ਨੂੰ ਜਿਹੜਾ ਸਟਾਰਟਿੰਗ ਕਰ ਦਿੰਦੀ ਫਾਇਰਿੰਗ? ਅੱਜ ਉਹੀ ਦੇਣੇ ਆ, ਅੱਜ 1 ਜੂਨ ਆ। 1 ਜੂਨ ਨੂੰ ਫੌਜ ਨੇ ਪਹਿਲਾਂ ਅਟੈਕ ਕੀਤਾ ਦਰਬਾਰ ਸਾਹਿਬ ਦੇ ਉੱਤੇ, ਤੇ ਰਾਤ ਦੇ 9 ਵਜੇ ਤੱਕ ਗੋਲੀ ਚੱਲਦੀ ਰਹੀ ਆ, ਤੇ ਫਿਰ ਬੰਦ ਹੋ ਗਈ। 2 ਤੇ 3 ਜੂਨ ਨੂੰ ਗੁਰੂ ਅਰਜਨ ਦੇਵ ਜੀ ਦਾ ਗੁਰਪੁਰਬ ਸੀਗਾ। ਲੋਕਾਂ ਨੇ ਸੋਚਿਆ ਵੀ ਚਲੋ ਮਾੜਾ ਮੋਟਾ ਹੋਇਆ ਤੇ ਹੁਣ ਗੱਲਬਾਤ ਦਾ ਰਾਹ ਮਤਲਬ ਦੌਰ ਸ਼ੁਰੂ ਹੋਏਗਾ, ਵੀ ਸਰਕਾਰ ਗੱਲਬਾਤ ਕਰੂਗੀ। ਇੰਨਾ ਨਹੀਂ ਸੀ ਕਿਸੇ ਨੂੰ ਪਤਾ ਵੀ ਇਹ ਸਾਡੀ ਆਸਥਾ ਸ੍ਰੀ ਅਕਾਲ ਤਖਤ ਸਾਹਿਬ ਨੂੰ ਢਾਹ ਕੇ ਢੇਰੀ ਕਰ ਦੇਣਗੇ, ਇੰਨਾ ਕੌਮੀ ਪੱਧਰ ਦੇ ਉੱਤੇ ਨੁਕਸਾਨ ਕਰ ਦੇਣਗੇ, ਸਾਡੀਆਂ ਜਿਹੜੀਆਂ ਗੁਰੂਆਂ ਦੀਆਂ ਨਿਸ਼ਾਨੀਆਂ ਤੇ ਸਾਡੀ ਲਾਇਬ੍ਰੇਰੀ, ਸਾਡਾ ਤੋਸ਼ਾਖਾਨਾ ਇੰਨਾ ਬੁਰੀ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਅਗਨ ਭੇਟ ਕਰਨਗੇ, ਅੱਗਾਂ ਲਾਉਣਗੇ, ਇੰਨਾ ਤਹਿਸ ਨਹਿਸ ਕਰ ਦੇਣਗੇ, ਇੰਨੀ ਜਨਤਾ ਮਾਰ ਦੇਣਗੇ, ਚੇਤਾ ਵੀ ਨਹੀਂ ਸੀ ਕਿਸੇ ਨੂੰ। ਤੇ ਉਹਨਾਂ ਨੇ 2 ਤੇ 3 ਜੂਨ ਨੂੰ ਇਹਨਾਂ ਨੇ ਖੁੱਲੀ ਜਨਤਾ ਅੰਦਰ ਜਾਣ ਦਿੱਤੀ। ਦਰਬਾਰ ਸਾਹਿਬ ਦੇ ਅੰਦਰ ਕਿਸੇ ਨੂੰ ਰੋਕਿਆ ਨਹੀਂ ਵੀ ਤੁਸੀਂ ਨਾ ਜਾਓ, ਜਿਹੜਾ ਅੰਦਰ ਚਲੇ ਗਿਆ ਉਹਨੂੰ ਬਾਹਰ ਨਹੀਂ ਜਾਣ ਦਿੱਤਾ। ਜਿਵੇਂ ਤੁਸੀਂ ਗੱਲ ਕੀਤੀ ਕਿ 1 ਜੂਨ ਨੂੰ ਜਿਹੜਾ ਫਾਇਰਿੰਗ ਕਰਨੀ ਸਟਾਰਟ ਕਰ ਦਿੱਤੀ ਜਾਂਦੀ, ਸਵੇਰ ਤੋਂ ਲੈ ਕੇ ਰਾਤ ਦੇ 9 ਵਜੇ ਤੱਕ ਫਾਇਰਿੰਗ ਕੀਤੀ ਜਾਂਦੀ ਹੈ, ਤਾਂ ਜਿਹੜੀ ਸੰਗਤ ਗੁਰਪੁਰਬ ਦੇ ਉੱਪਰ ਆਈ ਸੀ ਕਿ ਉਹਨਾਂ ਨੂੰ ਕੋਈ ਕਾਲ ਨਹੀਂ ਦਿੱਤੀ ਗਈ ਬਾਹਰ ਨਿਕਲਣ ਵਾਸਤੇ? ਨਾ, ਕਿਸੇ ਨੂੰ ਕੁਛ ਨਹੀਂ। ਉਹਨਾਂ ਨੇ ਸਗੋਂ ਜ਼ਿਆਦਾ ਤੋਂ ਜ਼ਿਆਦਾ ਸੰਗਤ ਅੰਦਰ ਵੰਡ ਦਿੱਤੀ, ਤੇ ਗੁਰੂ ਅਰਜਨ ਦੇਵ ਜੀ ਦਾ ਗੁਰਪੁਰਬ ਹੀ ਚੁਣਿਆ। ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਦਾ ਵੀ ਉਹੀ ਸਮਾਂ, ਉਹੀ ਮਹੀਨਾ, ਛੋਟੇ ਘੱਲੂਘਾਰੇ ਦਾ ਵੀ ਉਹੀ, ਤੇ 84 ਵਾਲੇ ਘੱਲੂਘਾਰੇ ਦਾ ਵੀ ਉਹੀ ਸਮਾਂ। ਉਹਨਾਂ ਨੂੰ ਤੇ ਬੜਾ ਰਾਸ ਆਇਆ ਹੋਇਆ ਇਹ ਮਹੀਨਾ। ਗੁਰੂ ਅਰਜਨ ਦੇਵ ਜੀ ਦੇ ਗੁਰਪੁਰਬ ਵਾਲੇ ਦਿਨ ਉਹਨਾਂ ਨੂੰ ਪਤਾ ਸੀ ਵੀ ਸੰਗਤ ਬਹੁਤ ਜ਼ਿਆਦਾ ਦਰਬਾਰ ਸਾਹਿਬ ਦੇ ਅੰਦਰ ਇਕੱਠੀ ਹੋਣ ਵਾਲੀ ਹੈ, ਨਾਲੇ ਸੰਘਰਸ਼ ਅੰਦਰ ਚੱਲ ਰਿਹਾ, ਮੋਰਚਾ ਲੱਗਿਆ ਹੋਇਆ, ਤੇ ਜੱਥੇ ਜੇਲ੍ਹਾਂ ਨੂੰ ਗ੍ਰਿਫਤਾਰੀ ਦੇਣ ਵਾਸਤੇ ਜਾ ਰਹੇ ਨੇ, ਰਿਹਾ ਹੋ ਕੇ ਦਰਬਾਰ ਸਾਹਿਬ ਆਉਂਦੇ ਨੇ, ਤੇ ਉਹ 2 ਜੱਥੇ ਉਹ ਵੀ ਸੀਗੇ। ਆਮ ਜਨਤਾ ਇੰਨੀ ਇਕੱਠੀ ਹੋ ਗਈ ਸੀਗੀ। ਫਿਰ 4 ਤਰੀਕ ਨੂੰ ਤਾਂ ਸਵੇਰੇ ਜਦੋਂ ਉਹਨਾਂ ਨੇ ਅਟੈਕ ਹੀ ਕਰ ਦਿੱਤਾ, ਤੇ ਫਿਰ ਲੋਕਾਂ ਨੇ ਜਾਣਾ ਕਿਹੜੇ ਪਾਸੇ ਨੂੰ ਸੀਗਾ। ਬਹੁਤ ਜ਼ਿਆਦਾ ਮਤਲਬ ਬੱਚੇ ਜਿਹੜੇ ਆ ਤੇ ਲੋਕ ਜਿਹੜੇ ਭੋਲੇ ਭਾਲੇ ਲੋਕ, ਬਹੁਤ ਜ਼ਿਆਦਾ ਉਹਨਾਂ ਦਾ ਜ਼ਿਆਦਾ ਨੁਕਸਾਨ ਹੋ ਗਿਆ। ਜਿਹੜੀਆਂ ਦਰਬਾਰ ਸਾਹਿਬ ਦੇ ਅੰਦਰ ਸੰਗਤਾਂ ਸੀ ਜਾਂ ਜਿਹੜੇ ਉਹਨਾਂ ਦੇ ਵਿੱਚ ਬੱਚੇ ਸੀ ਜਾਂ ਬਜ਼ੁਰਗ ਸੀ, ਤਾਂ ਉਹਨਾਂ ਦਾ ਕਿੰਨਾ ਕੁ ਨੁਕਸਾਨ ਹੋਇਆ? ਕਿੰਨੇ ਜਿਹੜੇ ਸੀ ਉਹ ਉਹਨਾਂ ਨੂੰ ਗੋਲੀਆਂ ਲੱਗੀਆਂ ਜਾਂ ਇਸ ਤਰੀਕੇ ਦੇ ਨਾਲ ਹੋਈ? ਬਹੁਤ ਦੇਖੋ, ਲੜ ਕੇ ਮਰਨ ਵਾਲੇ ਤਾਂ ਯੋਧੇ ਕੌਮ ਦੇ ਜਿਹੜੇ ਸੰਤਾਂ ਦੇ ਸੰਗੀ ਸਾਥੀ ਸੀ ਉਹ ਤੇ ਬਹੁਤ ਥੋੜ੍ਹੇ ਸੀਗੇ।
ਜਿਹੜੇ ਆਪਣੇ ਜਜ਼ਬੇ ਨਾਲ ਬੈਠੇ ਹੋਏ ਸੀਗੇ ਵੀ ਦੁਸ਼ਮਣ ਦਾ ਮੁਕਾਬਲਾ ਕਰਨਾ ਤੇ ਜਾਣਾ ਨਹੀਂ ਹੈ ਇੱਥੋਂ, ਤੇ ਸਾਡੀਆਂ ਛਾਤੀਆਂ ਤੋਂ ਟੈਂਕ ਲੰਘਣਗੇ। ਆਪਣੇ ਧਾਰਮਿਕ ਸਥਾਨ ਦਾ ਉਹਨਾਂ ਨੇ ਰਾਖੀ ਕਰਨ ਵਾਸਤੇ ਆਖਰੀ ਦਮ ਤੱਕ ਲੜਨ ਦਾ ਜਿਹਨਾਂ ਨੇ ਪ੍ਰਣ ਕੀਤਾ ਹੋਇਆ ਸੀਗਾ ਉਹ ਤਾਂ ਬਹੁਤ ਥੋੜ੍ਹੇ ਸੀ। 100-150 ਬੰਦਾ ਹੋਏਗਾ, ਜ਼ਿਆਦਾ ਤੋਂ ਜ਼ਿਆਦਾ 250 ਹੋਏਗਾ। ਉਹਦੇ ਵਿੱਚੋਂ ਵੀ ਕੋਈ ਰੌਂਦ ਭਰਨ ਵਾਲੇ ਹੋਣਗੇ ਤੇ ਜਾਂ ਸਪਲਾਈ ਕਰਨ ਵਾਲੇ ਹੋਣਗੇ। ਲੜਨ ਵਾਲੇ ਮੋਰਚਿਆਂ ਦੇ ਵਿੱਚ ਤੇ ਬਹੁਤ ਘੱਟ ਸੀਗੇ। ਤਾਂ ਇਹਨਾਂ ਨੇ ਤਾਂ ਫੜ ਕੇ ਮਾਰੇ ਨੇ। ਪ੍ਰਕਰਮਾਂ ਦੇ ਵਿੱਚ ਬਹੁਤ ਛੋਟੇ ਬੱਚੇ ਦੌੜਾ ਕੇ ਮਾਰੇ ਇਹਨਾਂ ਨੇ। ਪ੍ਰਕਰਮਾਂ ਦੇ ਵਿੱਚ ਪਿੱਠਾਂ 'ਚ ਗੋਲੀਆਂ ਮਾਰ ਕੇ, ਸਰਾਵਾਂ ਦੇ ਵਿੱਚ ਇਹਨਾਂ ਨੇ ਉੱਤੋਂ ਉਤਲੀਆਂ ਛੱਤਾਂ ਤੋਂ ਥੱਲੇ ਸੁੱਟ ਮਾਰੇ ਨੇ ਜਦੋਂ ਫੌਜ ਅੰਦਰ ਐਂਟਰ ਹੋਈ ਆ 5 ਜੂਨ ਦੀ ਰਾਤ ਨੂੰ। ਤੇ ਉਹ ਇਹਨਾਂ ਨੇ ਜ਼ਿਆਦਾ ਮਤਲਬ ਨੇੜਿਓਂ ਜ਼ਿਆਦਾ ਮਾਰੇ ਨੇ, ਲੜ ਕੇ ਮਰਨ ਵਾਲੇ ਬਹੁਤ ਥੋੜ੍ਹੇ ਸੀ ਜੀ। ਹਾਂ, ਇਹਨਾਂ ਨੇ ਟਰੱਕ ਭਰ ਕੇ ਮਤਲਬ ਮਾਰ ਕੇ ਤੇ ਫੜ ਕੇ ਵੀ ਮਾਰੇ ਤੇ ਬਾਹਰੋਂ ਵੀ ਮਾਰ ਕੇ ਲਿਆ ਕੇ ਉੱਥੇ ਸੁੱਟ ਰਹੇ ਸੀਗੇ ਵੀ ਇਹਨਾਂ ਨੂੰ ਇੰਨਾ ਡਰ ਦਿੱਤਾ ਜਾਵੇ ਵੀ ਇਹ ਸਿੱਖੀ ਤੋਂ ਵੀ ਮੂੰਹ ਮੋੜ ਲੈਣ ਤੇ ਇਹ ਗੁਰੂ ਘਰ ਨੂੰ ਤੇ ਸਦਾ ਲਈ ਹੁਣ ਜੰਦਰਾ ਵੱਜ ਜਾਣਾ। ਜਿਵੇਂ ਉਹਨਾਂ ਨੇ ਉੱਥੇ ਬਾਅਦ ਦੇ ਵਿੱਚ ਤਿਰੰਗਾ ਲਹਿਰਾਈ ਦਿੱਤਾ ਸੀਗਾ ਸਾਡੀ ਹਿੱਕ ਦੇ ਉੱਤੇ, ਬਈ ਆਓ ਸਿੱਖੋ, ਤੁਸੀਂ ਆਪਣਾ ਹੱਕ ਮੰਗ ਰਹੇ ਹੋ, ਤੁਸੀਂ 93% ਕੁਰਬਾਨੀਆਂ ਦਿੱਤੀਆਂ, ਆਓ ਤੁਹਾਨੂੰ ਉਹਦਾ ਸਿਲਾ ਦਈਏ ਵੀ ਤੁਸੀਂ ਇਹਦੇ ਕਾਬਲ ਹੋ, ਹੈ ਨਾ। ਤੇ ਇੰਨਾ ਜਿਹੜਾ ਦਰਦ ਦਿੱਤਾ ਸੀਗਾ ਉਹ ਐਵੇਂ ਥੋੜ੍ਹੀ ਦਿੱਤਾ ਸੀਗਾ। ਵੱਖਰੀ ਗੱਲ ਹੈ ਵੀ ਇਹ ਗੁਰੂ ਸਾਹਿਬ ਨੇ ਅਕਾਲ ਪੁਰਖ ਦੀ ਮੌਜ ਦੇ ਵਿੱਚ ਤੇ ਉਹਦੇ ਹੁਕਮ ਦੇ ਵਿੱਚ ਖਾਲਸੇ ਦੀ ਸਿਰਜਣਾ ਹੋਈ ਹੈ। ਤੈਨੂੰ ਕੋਈ ਦੁਨੀਆ ਦੀ ਤਾਕਤ ਖਤਮ ਨਹੀਂ ਕਰ ਸਕਦੀ। ਇਹ ਦੁਸ਼ਮਣ ਦਾ ਭੁਲੇਖਾ ਹੈ। ਇੱਕ ਵਾਰ ਨਹੀਂ ਖਤਮ ਕਰਨ ਆਇਆ ਦੁਸ਼ਮਣ, ਤਾਂ ਇਹ ਤਾਂ ਉਹਨਾਂ ਦਾ ਆਖਰੀ ਚਾਂਸ ਸੀਗਾ ਤੋਪਾਂ ਦੇ ਟੈਂਕਾਂ ਦੇ ਨਾਲ। ਹੁਣ ਦੁਬਾਰਾ ਤੋਪਾਂ ਟੈਂਕਾਂ ਨਹੀਂ ਲੈ ਕੇ ਆਉਣਗੇ, ਉਹ ਭੁੱਲ ਜਾਣਗੇ। ਤੋਪਾਂ ਦੇ ਟੈਂਕ ਨਹੀਂ ਆਉਂਦੇ, ਹੁਣ ਤੁਹਾਨੂੰ ਸਾਇਲੈਂਟ ਪੋਇਜ਼ਨ ਦੇ ਕੇ ਮਾਰਨਗੇ ਜੀ। 1 ਜੂਨ ਤੋਂ ਬਾਅਦ ਜਿਵੇਂ ਇੱਕ ਵਾਰ ਫਾਇਰਿੰਗ ਸ਼ੁਰੂ ਕਰ ਦਿੱਤੀ ਜਾਂਦੀ ਹੈ ਤਾਂ ਉਸ ਤੋਂ ਬਾਅਦ ਰਾਤ ਦੇ ਸਮੇਂ ਫਾਇਰਿੰਗ ਬੰਦ ਕਰ ਦਿੱਤੀ ਜਾਂਦੀ ਹੈ। ਤਾਂ ਜਿਹੜੀ ਹਕੂਮਤ ਸੀ ਉਹਦੇ ਨਾਲ ਕੋਈ ਸੰਤਾਂ ਦਾ ਜਾਂ ਸਿੰਘਾਂ ਦਾ ਗੱਲਬਾਤ ਦਾ ਕੋਈ ਦੌਰ ਸ਼ੁਰੂ ਹੋਇਆ? ਸੁਣਿਆ ਹੈ, ਮੈਂ ਤਾਂ ਉੱਥੇ ਨਹੀਂ ਸੀ ਅਕਾਲ ਤਖਤ ਸਾਹਿਬ ਵਾਲੇ ਪਾਸੇ, ਸਿੰਘ ਸਾਹਿਬ ਗਏ ਸੀ। ਤੇ ਮੇਰਾ ਖਿਆਲ ਹੈ ਵੀ 3 ਜੂਨ ਨੂੰ ਤਾਂ ਜਥੇ ਨੂੰ ਵੀ ਇਕੱਠਾ ਕਰਕੇ ਤੇ ਮਹਾਂਪੁਰਸ਼ਾਂ ਨੇ ਹਦਾਇਤਾਂ ਕੀਤੀਆਂ ਸੀ ਵੀ ਜਿਹਨੇ ਜਾਣਾ ਚਲੇ ਜਾਓ, ਜਿਹਨੇ ਲੜਨਾ, ਜਿਹਨੇ ਸ਼ਹੀਦ ਹੋਣਾ ਰਹਿ ਜਾਓ। ਤੇ ਸਾਨੂੰ ਤਾਂ ਪਹਿਲਾਂ ਹੀ ਪਤਾ ਸੀ, ਅਸੀਂ ਤਾਂ ਬੜੇ ਕੌਨਫੀਡੈਂਸ ਦੇ ਨਾਲ ਤੇ ਅਸੀਂ ਵੀ ਬੜੇ ਸਿੱਖੀ ਜਜ਼ਬੇ ਦੇ ਨਾਲ ਉੱਥੇ ਬੈਠੇ ਹੋਏ ਸੀਗੇ ਵੀ ਸਾਡੇ ਅਕਾਲ ਤਖਤ ਸਾਹਿਬ ਦੇ ਉੱਤੇ ਕੋਈ ਦੁਸ਼ਮਣ ਚੜ੍ਹ ਕੇ ਆਵੇ, ਇਹਨੂੰ ਢਾਉਣ ਸਾਡੀਆਂ ਅੱਖਾਂ ਦੇ ਸਾਹਮਣੇ, ਤਾਂ ਅਸੀਂ ਬਰਦਾਸ਼ਤ ਕਿਵੇਂ ਕਰ ਸਕਦੇ ਹਾਂ। ਮੈਂ ਹੀ ਤੁਹਾਡੇ ਸਾਹਮਣੇ ਬੈਠੀ ਵੀ ਮੈਂ 18 ਦਿਨਾਂ ਦਾ ਬੱਚਾ ਵੀ ਲੈ ਕੇ ਉੱਥੇ ਗੋਦੀ ਦੇ ਵਿੱਚ, ਉਦੋਂ ਤੇ ਅਜੇ 16 ਦਿਨਾਂ ਦਾ ਸੀ, ਤੇ ਮੈਂ ਉੱਥੇ ਬੈਠੀ ਰਹੀ ਵੀ ਇੱਥੋਂ ਭੱਜ ਕੇ ਜਾਵਾਂਗੇ ਤੇ ਕਿਹੜਾ ਥਾਂ ਸਾਡੇ ਲਈ। ਤੇ ਨਾਲੇ ਮਹਾਰਾਜ ਕਹਿੰਦੇ ਜਬ ਆਪ ਕੀ ਔਤ ਨਿਧਾਨ ਬਣੇ ਅਤਿ ਹੀ ਰਣ ਮੈਂ ਤਬ ਜੂਝ ਮਰੋ। ਤੇ ਫਿਰ ਉਹ ਸਿੱਖੀ ਦਾ ਸਿਧਾਂਤ ਜਿਹੜਾ ਉਹ ਕਿੰਨੇ ਉਹਨੂੰ ਇੰਪਲੀਮੈਂਟ ਕਰਨਾ? ਜਿਹਨੂੰ ਸੋਝੀ ਹੈ ਜੀ ਉਹੀ ਉੱਠ ਕੇ ਚਲਿਆ ਜਾਵੇਗਾ, ਤੇ ਲੜੇਗਾ ਕੌਣ ਉੱਥੇ? ਜਿਹਨੂੰ ਨਹੀਂ ਪਤਾ ਉਹ ਥੋੜ੍ਹੀ ਲੜੇਗਾ ਜੀ, ਜਿਹਨੂੰ ਸਮਝ ਹੋਏਗੀ ਉਹੀ ਬੈਠੇਗਾ ਉੱਥੇ। ਤੇ ਇਹ ਤਾਂ ਮਰਜ਼ੀ ਬੜੇ ਸੀਗੇ ਮਹਾਂਪੁਰਸ਼ਾਂ ਦੇ ਨਾਲ ਸਾਰੇ, ਇੰਨੀ ਬੰਦਗੀ ਵਾਲੇ, ਇੰਨੇ ਉੱਚੇ ਜੀਵਨ ਵਾਲੇ ਸਿੰਘ ਸੀਗੇ। ਮੈਂ ਉਹਨਾਂ ਦੇ ਵਿੱਚ ਰਹੀ ਹਾਂ, ਕਦੀ ਲੱਗਿਆ ਹੀ ਨਹੀਂ ਸੀਗਾ ਵੀ ਕੋਈ ਇੱਥੇ ਕੋਈ ਦੂਸਰਾ ਆ ਜਾਂ ਕੋਈ ਮਤਲਬ ਬਗਾਨੇ ਪੁੱਤਾਂ ਦੇ ਵਿੱਚ ਹੀ ਅਸੀਂ, ਕਦੀ ਲੱਗਿਆ ਹੀ ਨਹੀਂ ਸੀ ਸਾਨੂੰ। ਅਸੀਂ ਇੱਕ ਪਰਿਵਾਰ ਦੀ ਤਰ੍ਹਾਂ ਰਹਿੰਦੇ ਸੀ ਸਾਰੇ। ਮਹਾਂਪੁਰਸ਼ਾਂ ਦਾ ਭੈ ਇੰਨਾ ਜ਼ਿਆਦਾ ਸੀ, ਡਰ ਇੰਨਾ ਜ਼ਿਆਦਾ ਸੀ ਉੱਥੇ ਜੀ। ਹਾਂ, ਸਿੰਘਾਂ ਦੇ ਮਨਾਂ ਦੇ ਵਿੱਚ ਆਪਾਂ ਜੇ ਗੱਲ ਕਰੀਏ ਕਿਸ ਤਰ੍ਹਾਂ ਦਾ ਚਾਉ ਸੀ, ਕਿਉਂਕਿ ਇੱਕ ਪਾਸੇ ਉਹ ਵੱਡੀ ਗਿਣਤੀ ਸੀ ਹਕੂਮਤ ਦੀ ਫੌਜ ਦੀ, ਔਰ ਦੂਜੇ ਪਾਸੇ ਜਿਹੜਾ ਅਕਾਲ ਤਖਤ ਸਾਹਿਬ ਦੇ ਵਿੱਚ ਜਾਂ ਦਰਬਾਰ ਸਾਹਿਬ ਦੀ ਪ੍ਰਕਰਮਾਂ ਦੇ ਵਿੱਚ ਸਿੰਘ ਸੀਗੇ, ਗਿਣਤੀ ਦੇ ਸਿੰਘ ਸੀ। ਤਾਂ ਜਿਹੜਾ ਭਾਰਤੀ ਹਕੂਮਤ ਦੇ ਨਾਲ ਲੜਨ ਦਾ ਮਨ ਦੇ ਵਿੱਚ ਚਾਉ ਸੀ ਉਹ ਕਿਵੇਂ ਦਾ ਸੀਗਾ? ਬੇਟੀ ਉਹ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਚੁੱਕੀ ਹਾਂ। ਜਿਹੜੇ ਕਮਿਟਡ ਲੋਕ ਹੁੰਦੇ ਨੇ ਨਾ, ਜਿਹੜੇ ਕਮਿਟਡ ਲੋਕ ਹੁੰਦੇ, ਨਿਰਭਉ ਤੇ ਨਿਰਵੈਰ ਹੁੰਦੇ ਨੇ, ਤੇ ਉਹ ਕਮਿਟਮੈਂਟ ਕਰ ਲੈਂਦੇ ਨੇ। ਉਹ ਮਰ ਤਾਂ ਸਕਦੇ ਨੇ ਪਰ ਪਿੱਛੇ ਨਹੀਂ ਮੁੜ ਸਕਦੇ। ਉਹ ਲੋਕ ਸੀਗੇ ਜਿਨ੍ਹਾਂ ਨੇ ਆਪਣੇ ਇਸ ਖਾਲਸਾਈ ਤਵਾਰੀਖ ਦੇ ਉੱਤੇ, ਇਸ ਘੱਲੂਘਾਰੇ ਦੇ ਦੌਰਾਨ ਆਪਣੇ ਪਵਿੱਤਰ ਖੂਨ, ਆਖਰੀ ਤਨ ਦੇ ਪਵਿੱਤਰ ਖੂਨ ਦੇ ਕਤਰੇ ਦੇ ਨਾਲ ਸਾਈਨ ਕੀਤੇ ਖਾਲਸਾਈ ਤਵਾਰੀਖ ਦੇ ਉੱਤੇ। ਜਿਹੜਾ ਉਹ ਘੱਲੂਘਾਰਾ ਹੈ ਸਦੀਆਂ ਤੱਕ ਇਸ ਕੌਮ ਨੂੰ ਜਿੰਦਾ ਰੱਖੇਗਾ, ਇਸ ਕੌਮ ਦੇ ਕਿਰਦਾਰ ਨੂੰ ਜਿੰਦਾ ਰੱਖੇਗਾ। ਜਿੰਨਾ ਮਰਜ਼ੀ ਦੁਸ਼ਮਣ ਇਸ ਕੌਮ ਨੂੰ ਖ਼ਤਮ ਕਰਨ ਵਾਸਤੇ ਚਾਲਾਂ ਚੱਲ ਲਵੇ, ਪਰ ਉਹ ਚੀਜ਼ ਇਹ ਸਾਡੇ ਅੰਦਰੋਂ ਕੋਈ ਨਹੀਂ ਕੱਢ ਸਕਦਾ ਵੀ ਸਾਡੀ ਇੱਕ ਵੱਖਰੀ ਪਛਾਣ ਹੈ ਤੇ ਸਾਡੀ ਇੱਕ ਹੋਂਦ ਆ, ਤੇ ਅਸੀਂ ਆਪਣੀ ਹੋਂਦ ਦੀ ਲੜਾਈ ਲੜ ਰਹੇ। ਤੁਸੀਂ ਉਸ ਵੇਲੇ ਕਿਹੜੀ ਜਗ੍ਹਾ ਦੇ ਉੱਪਰ ਮੌਜੂਦ ਸੀਗੇ? ਮੈਂ ਜਿਹੜੀ ਫੌਜ ਤਾਂ ਇਹ ਕਹਿੰਦੀ ਹੈ ਵੀ ਅਸੀਂ ਇਹਨੂੰ ਟੰਕੀ ਵਾਲੇ ਮੋਰਚੇ ਦੇ ਵਿੱਚੋਂ ਲਿਆਂਦਾ ਫੜ ਕੇ,
ਜਦੋਂ ਮੈਨੂੰ ਅਰੈਸਟ ਕਰ ਲਿਆ ਸੀ ਬਾਅਦ ਦੁਪਹਿਰ 6 ਜੂਨ ਨੂੰ, ਤੇ ਮੈਂ ਉੱਥੇ ਟੰਕੀ ਦੇ ਲਾਗੇ ਹੀ ਸੀ, ਜਿਹੜੀ ਆਟਾ ਮੰਡੀ ਵਾਲੇ ਪਾਸੇ ਹੈ, ਪ੍ਰਸ਼ਾਦ ਵਾਲੀ ਬਿਲਡਿੰਗ ਹੈ ਜੀ, ਉਹਦੇ ਲਾਗੇ ਪੌੜੀਆਂ ਉੱਪਰ ਨੂੰ ਚੜ੍ਹਦੀਆਂ ਸੀ। ਇਸ ਕਾਰਨਰ ਦੇ ਉੱਤੇ ਇੱਕ ਟੰਕੀ ਪਾਣੀ ਵਾਲੀ ਛਬੀਲ ਵਾਲਾ ਮੋਰਚਾ ਸੀਗਾ, ਤੇ ਨਾਲ ਵਾਲਾ ਕਮਰਾ ਸੀ ਸਾਡੇ ਕੋਲ। ਤੁਹਾਡੇ ਪਤੀ ਭਾਈ ਰਿਸ਼ਪਾਲ ਸਿੰਘ ਜੀ ਕਿੱਥੇ ਸੀ? ਉੱਥੇ ਹੀ ਸੀਗੇ, ਇਕੱਠੇ ਲੜਦੇ ਸੀ? ਇਹ ਮਤਲਬ ਤਿੰਨ ਚਾਰ ਮੋਰਚਿਆਂ ਦੇ ਵਿੱਚ ਸੁਪਰਵਿਜ਼ਨ ਸੀ। ਜਿਹੜੀ ਉਹ ਮੋਰਚਾਬੰਦੀ ਦੀ ਵਿਉਂਤ ਕੀਤੀ ਜਾਂਦੀ ਆ, ਜਾਂ ਜਿੱਥੇ ਤੁਸੀਂ ਹਕੂਮਤ ਦੇ ਨਾਲ ਟਾਕਰਾ ਕਰਦੇ ਹੋ, ਤਾਂ ਜਿਹੜੀ ਤੁਹਾਡੀ ਸਿਲੈਕਸ਼ਨ ਕੀਤੀ ਜਾਂਦੀ ਆ ਉਹ ਤੁਸੀਂ ਆਪਣੇ ਆਪ ਕਰਦੇ ਹੋ, ਜਾਂ ਫਿਰ ਜਨਰਲ ਸ਼ੁਭੇਗ ਸਿੰਘ ਕਰਕੇ ਦਿੰਦੇ ਆ, ਜਾਂ ਕੋਈ ਹੋਰ ਸਿੱਖ ਕਰਕੇ ਦਿੰਦਾ? ਨਹੀਂ, ਉਹ ਤਾਂ ਬਾਕੀ ਸਾਰਿਆਂ ਦੀ ਮੋਰਚਿਆਂ ਦੇ ਵਿੱਚ ਜਿੱਦਾਂ ਮਤਲਬ ਉਹਨਾਂ ਦੀਆਂ ਡਿਊਟੀਆਂ ਲੱਗੀਆਂ, ਉੱਥੇ ਕੋਈ ਕਿਸੇ ਨੂੰ ਕੁਝ ਨਹੀਂ ਸੀ ਕਹਿੰਦਾ। ਜੋ ਹੁਕਮ ਹੁੰਦਾ ਸੀ ਮਹਾਂਪੁਰਸ਼ਾਂ ਦਾ, ਉਹਦੇ ਤੇ ਫੁੱਲ ਚੜਾਏ ਜਾਂਦੇ ਸੀਗੇ। ਕਿਸੇ ਦੀ ਕੋਈ ਸਲਾਹ ਨਹੀਂ ਸੀ ਹੁੰਦੀ ਉੱਥੇ ਵੀ ਇੰਜ ਨਹੀਂ ਇੰਜ ਕਰਨਾ। ਜਨਰਲ ਸ਼ੁਭੇਗ ਸਿੰਘ ਦੀ ਡਿਊਟੀ ਕੀ ਸੀ? ਜਨਰਲ ਸ਼ੁਭੇਗ ਸਿੰਘ ਉਹਨਾਂ ਨੇ ਤਾਂ ਸਾਰਾ ਕੁਝ ਅੰਦਰ ਸਾਰੀ ਤਿਆਰੀ ਕੀਤੀ, ਮੋਰਚਾਬੰਦੀ ਕਰਾਈ ਸੀ। ਜਿਹੜੇ ਦਰਬਾਰ ਸਾਹਿਬ ਦੇ ਅੰਦਰ ਅਟੈਕ ਲੈ ਕੇ ਟੈਂਕ ਲੈ ਕੇ ਆਉਂਦੇ ਜਾਂਦੇ ਆ, ਉਹ ਫਿਰ ਕਿਹੜੇ ਵੇਲੇ, ਕਿੰਨੀ ਜੂਨ ਨੂੰ ਲੈ ਕੇ ਆਉਂਦੇ ਆ? ਉਹ 5 ਜੂਨ ਦੀ ਸ਼ਾਮ ਨੂੰ ਆ ਗਏ ਸੀ, 8 ਵਜੇ ਕਰੀਬ ਮੇਰਾ ਖਿਆਲ। ਇੱਧਰੋਂ ਅਕਾਲ ਰੈਸਟ ਹਾਊਸ ਵਾਲੇ ਪਾਸਿਓਂ ਅੰਦਰ ਐਂਟਰ ਕਰ ਗਏ ਸੀ ਟੈਂਕ। ਉਹਨਾਂ ਨੇ ਅਕਾਲ ਰੈਸਟ ਹਾਊਸ ਦਾ ਮੋਰਚਾ ਤਬਾਹ ਕਰਕੇ, ਇਹ ਤਾਂ ਸਾਰੇ ਹੀ ਫੈਡਰੇਸ਼ਨ ਵਾਲੇ ਸੀਗੇ ਉੱਥੇ, ਤੇ ਉਹ ਸਾਰੇ ਉਧਰੋਂ ਇੱਧਰ ਆ ਕੇ ਬੈਠ ਗਏ ਸੀਗੇ ਜਿੱਧਰ ਟੋੜੇ ਹੋਣੀ ਬੈਠੇ ਸੀ, ਤੇ ਇੱਧਰ ਇਹ ਬੈਠੇ ਹੋਏ ਸੀਗੇ। ਇੱਧਰ ਤਾਂ ਇੰਦਰਾ ਗਾਂਧੀ ਦਾ ਹੁਕਮ ਸੀਗਾ ਵੀ ਇਹਨਾਂ ਨੂੰ, ਇੱਕ ਬੀਬੀ ਸੀਗੀ ਅਮਰਜੀਤ ਕੌਰ, ਤੇ ਬਾਕੀ ਜਿਹੜੇ 7 ਇਹ ਲੀਡਰ ਸੀਗੇ ਜਿਹੜੇ ਉਹਨਾਂ ਨੇ, ਇੰਦਰਾ ਗਾਂਧੀ ਨੇ ਇਹਨਾਂ ਨੂੰ ਹੁਕਮ ਕੀਤਾ ਸੀ ਫੌਜ ਨੂੰ ਵੀ ਇਹਨਾਂ ਨੂੰ ਆਂਚ ਨਹੀਂ ਆਣੀ ਚਾਹੀਦੀ, ਤੇ ਇਹਨਾਂ ਨੂੰ ਬੁਲਟ ਪ੍ਰੂਫ ਗੱਡੀ ਦੇ ਵਿੱਚ ਇਹਨਾਂ ਨੂੰ ਸੇਫ ਬਾਹਰ ਕੱਢ ਲਿਆ ਜਾਵੇ। ਤਾਂ ਉਹਨਾਂ ਨੂੰ ਕੱਢ ਲਿਆ ਸੀਗਾ। ਬਾਅਦ ਦੇ ਵਿੱਚ ਜਨਤਾ ਮਾਰੀ ਸਾਰੀ, ਫਿਰ ਬੱਚੇ ਦਫਾੜ ਕੀਤੇ, ਲੱਤਾਂ ਤੋਂ ਫੜ ਕੇ ਗਰਭਵਤੀ ਔਰਤਾਂ ਦੇ ਪੇਟਾਂ ਦੇ ਵਿੱਚ ਬ੍ਰੈਸਟ ਮਾਰ ਕੇ ਉਹਨਾਂ ਦੇ ਜੋ ਦਸ਼ਾ ਕੀਤੀ। ਪਰ ਇੱਕ ਗੱਲ ਜ਼ਰੂਰ ਹੈ, ਮੈਨੂੰ ਬਹੁਤ ਸਾਰੇ ਬੀਬੀਆਂ ਤੇ ਬੱਚੇ ਮੇਰੇ ਨਾਲ ਰਹੇ ਨੇ ਉੱਥੇ ਕੈਂਪ ਦੇ ਵਿੱਚ ਵੀ, ਤੇ ਲੁਧਿਆਣਾ ਜੇਲ੍ਹ ਦੇ ਵਿੱਚ ਵੀ ਜਦੋਂ ਸ਼ਿਫਟ ਕੀਤਾ ਮੈਨੂੰ, ਤੇ ਉੱਥੇ ਜੋ ਮੈਂ ਹਾਲਤ ਸੁਣੀ, ਜਿਸ ਪਾਸੇ ਇਹ ਲੀਡਰਸ਼ਿਪ ਝੰਡਾਲ ਚੌਕੜੀ ਬੈਠੀ ਹੋਈ ਸੀ, ਗਦਾਰ ਟੀਮ ਬੈਠੀ ਹੋਈ ਸੀ ਕੌਮ ਦੀ, ਉਸ ਪਾਸੇ ਇੰਨੀ ਦੁਰਦਸ਼ਾ ਹੋਈ ਉੱਥੇ ਔਰਤਾਂ ਦੀ, ਇੰਨਾ ਅਪਮਾਨਿਤ ਹੋਈਆਂ ਔਰਤਾਂ ਉੱਥੇ। ਤੇ ਪਰ ਦਰਬਾਰ ਸਾਹਿਬ ਦੇ ਅੰਦਰੋਂ ਮੈਨੂੰ ਕੱਢਿਆ, ਤੇ ਹੋਰ ਵੀ ਬੀਬੀਆਂ ਜਿਹੜੀਆਂ ਕੱਢੀਆਂ ਨੇ, ਕਿਸੇ ਨੂੰ ਫੌਜ ਦੇ ਕਿਸੇ ਸਿਪਾਹੀ ਨੇ ਟੱਚ ਤੱਕ ਨਹੀਂ ਕੀਤਾ, ਮੰਦਾ ਸ਼ਬਦ ਤੱਕ ਨਹੀਂ ਬੋਲਿਆ। ਇਹ ਸੱਚਾਈ ਆ। ਇੰਨੀ ਦਹਿਸ਼ਤ ਸੀ ਅਜੇ ਵੀ ਸੰਤ ਬਾਬਾ ਜਰਨੈਲ ਸਿੰਘ ਜੀ ਦੀ। ਅਸੀਂ ਪਰਿਕਰਮਾ ਚੋਂ ਆਏ ਸੀ ਨਾ, ਸਗੋਂ ਮੈਨੂੰ ਫੌਜੀ ਨੇ ਜਦੋਂ ਮੈਨੂੰ ਲੈ ਕੇ ਜਾ ਰਹੇ ਸੀ ਅੰਦਰੋਂ ਕੱਢ ਕੇ, ਤੇ ਮੈਨੂੰ ਇੱਕ ਫੌਜੀ ਨੇ ਕਿਹਾ, ਕਹਿੰਦਾ ਉਹ ਬੱਚਾ ਆਪਕਾ ਬੜਾ ਹੈ ਅੰਦਰ। ਮੈਂ ਕਿਹਾ ਹਾਂ। ਕਹਿੰਦਾ ਆਪ ਲੈ ਕੇ ਆਏਂਗੇ, ਆਪ ਆਪਣੇ ਬੱਚੇ को ले आओ। ਤੇ ਮੈਂ ਕਿਹਾ ਹੁਣ ਕੀ ਲਿਆਵਾਂ? ਮੈਂ ਕਿਹਾ ਉਹਨੂੰ ਤਾਂ ਤੁਸੀਂ, ਮੈਂ ਕਿਹਾ ਖਤਮ ਕਰ ਦਿੱਤਾ, ਉਹ ਤਾਂ ਹੁਣ ਹੈ ਹੀ ਨਹੀਂ ਹੈ, ਮੈਂ ਲਾਸ਼ ਕਾਹਦੇ ਲਈ ਚੁੱਕ ਕੇ ਲਿਆਵਾਂ? ਕਿਵੇਂ ਖਤਮ ਕਿਵੇਂ ਕੀਤਾ ਜਾਂਦਾ ਮਨਪ੍ਰੀਤ ਸਿੰਘ ਨੂੰ? ਜਦੋਂ 5 ਜੂਨ ਦੀ ਸ਼ਾਮ ਨੂੰ ਦਰਬਾਰ ਸਾਹਿਬ ਦੇ ਅੰਦਰ, ਪਹਿਲਾਂ ਇੱਧਰ ਆ ਗਈ ਸਰਾਮ ਵਾਲੇ ਪਾਸੇ, ਇੱਧਰੋਂ ਸਾਰਾ ਸਰ ਕਰਕੇ ਲੀਡਰਸ਼ਿਪ ਜਿਹੜੀ ਇੱਧਰ ਬੈਠੀ ਸੀਗੀ ਗਦਾਰ, ਉਹਨਾਂ ਨੂੰ ਲੈ ਗਏ ਨੇ ਕੱਢ ਕੇ, ਇੱਧਰੋਂ ਸਾਰਾ ਸਫਾਇਆ ਕਰ ਲਿਆ। ਬੱਬਰ ਸੀਗੇ ਇੱਧਰ, ਉਹ ਪਿੱਛੋਂ ਦੀ ਕੰਧ ਪਾੜ ਕੇ ਸਾਰੇ ਸੇਫ ਨਿਕਲ ਗਏ, ਤੇ ਫਿਰ ਉਹਨਾਂ ਨੇ ਸਿੱਧਾ ਮੂੰਹ ਕਰ ਲਿਆ ਦਰਬਾਰ ਸਾਹਿਬ ਨੂੰ। ਉੱਚੇ ਮੋਰਚੇ ਸਾਰੇ ਤਬਾਹ ਕਰ ਲਏ ਸੀ ਉਹਨਾਂ ਨੇ। ਟੰਕੀ ਵਾਲਾ ਮੋਰਚਾ ਬੜਾ ਉੱਚਾ ਸੀ, ਬੁਰਜ ਜਿਹੜੇ 2 ਅੰਦਰ ਬੁਰਜ ਨੇ, ਉਹ ਟਾਵਰ, ਉਹਨਾਂ ਦੇ ਉੱਤੇ ਮੋਰਚੇ ਸੀ, ਉਹ ਤਬਾਹ ਹੋ ਗਏ। ਨਾਨਕ ਨਿਵਾਸ ਤੇ ਉੱਧਰ ਕੋਈ ਨਹੀਂ ਸੀਗਾ, ਉਹਨਾਂ ਦੇ ਹੀ ਸੀਗੇ, ਉਹ ਚਲੇ ਗਏ। ਫਿਰ ਇੱਧਰ ਸੀਗੇ ਆਪਣੇ ਜਿੱਥੇ ਬਾਬਾ ਦੀਪ ਸਿੰਘ ਜੀ ਦਾ ਬੁੰਗਾ ਹੈ, ਇੱਧਰ ਵਾਲਾ ਬਹੁਤ ਜ਼ਿਆਦਾ ਮਤਲਬ ਉੱਪਰ ਵਾਲੇ ਮੋਰਚਿਆਂ ਦਾ ਕਾਫੀ ਨੁਕਸਾਨ ਹੋ ਗਿਆ ਸੀ। ਫਿਰ ਤੇ ਜ਼ਮੀਨੀ ਪੱਧਰ ਤੇ ਜਿਹੜੇ ਮੋਰਚੇ ਸੀ ਉਹਨਾਂ ਵਿੱਚੋਂ ਹੀ ਲੜਾਈ ਚੱਲ ਰਹੀ ਸੀ। ਤੇ ਰਾਤ ਨੂੰ ਮੇਰਾ ਖਿਆਲ ਹੈ ਕੋਈ 9 ਵਜੇ, 9:30 ਵਜੇ ਫੌਜ ਦਰਬਾਰ ਸਾਹਿਬ ਵਾਲੇ ਪਾਸੇ ਨੂੰ ਅੰਦਰ ਆ ਗਈ ਸੀ। ਇਹਨਾਂ ਨੇ ਮੰਜੀ ਸਾਹਿਬ ਦੀਵਾਨ ਹਾਲ ਵਾਲੇ ਪਾਸਿਓਂ ਪੌੜੀਆਂ ਤੋਂ ਟੈਂਕ ਅੰਦਰ ਉਤਾਰੇ, ਲੰਗਰ ਸਾਹਿਬ ਦੇ ਅੱਗੋਂ ਤੇ ਮੰਜੀ ਸਾਹਿਬ ਦੀਵਾਨ ਹਾਲ ਦੇ ਅੱਗੋਂ।
ਅੰਦਰ ਜਿਹੜਾ ਟੈਂਕ ਲਿਆਉਣ ਦੀ ਨੌਬਤ ਕਿਉਂ ਅੰਦਰ ਪੈਦਾ ਅੰਦਰ ਹੋਈ? ਜਦੋਂ ਟੈਂਕ ਅੰਦਰ ਆਏ ਪ੍ਰਕਰਮਾਂ ਦੇ ਵਿੱਚ ਤੇ ਫਿਰ ਆਮੋ ਸਾਹਮਣੇ ਬਹੁਤ ਜ਼ਬਰਦਸਤ ਮੁਕਾਬਲਾ ਹੋਇਆ। ਉਹ ਰਾਤ 5 ਜੂਨ ਦੀ ਰਾਤ ਚੰਗਿਆੜੇ ਹੀ ਦਿਸਦੇ ਸੀਗੇ। ਇੱਕ ਵਾਰੀ ਤਾਂ ਪਾਣੀ ਬਿਜਲੀ ਤੇ ਟੈਲੀਫੋਨ ਤਾਂ ਡਿਸਕਨੈਕਟ ਕੀਤਾ ਹੀ ਹੋਇਆ ਸੀ ਪਹਿਲੇ ਦਾ ਹੀ, 3 ਜੂਨ ਰਾਤ ਨੂੰ ਹੀ ਕਰਤਾ ਸੀ ਸਾਰਾ ਕੁਝ ਬੰਦ। ਤੇ ਫਿਰ ਇੱਕ ਵਾਰੀ ਤਾਂ ਦਰਬਾਰ ਸਾਹਿਬ ਦੇ ਅੰਦਰ ਜਦੋਂ ਟੈਂਕ ਆਏ ਤੇ ਸਾਰਾ ਜਗਮਗਾ ਉੱਠਿਆ ਸੀ। ਦਰਬਾਰ ਸਾਹਿਬ ਦੀ ਅੰਦਰ ਦਾ ਸਾਰਾ ਗਲਿਆਰਾ ਪਰਿਕਰਮਾ ਜਗਮਗਾ ਉੱਠੀਆਂ ਸੀਗੀਆਂ। ਉਹ ਟੈਂਕਾਂ ਦੀਆਂ ਲਾਈਟਾਂ ਸਿੱਧੀਆਂ ਪੈ ਰਹੀਆਂ ਸੀਗੀਆਂ। ਜਿੱਥੇ ਬਾਬਾ ਦੀਪ ਸਿੰਘ ਦਾ ਸਥਾਨ ਬਣਿਆ ਉੱਥੇ ਵੀ ਦੱਸਦੇ ਕਿਸੇ ਸਿੰਘ ਨੇ ਕੁਰਬਾਨੀ ਕੀਤੀ ਸੀਗੀ। ਉਧਰੋਂ ਹੀ ਆਏ ਨਾ, ਪਹਿਲਾਂ ਤੇ ਇੱਕ ਟੈਂਕ ਅੜ ਗਿਆ ਸੀ ਉੱਥੇ। ਤੇ ਜਦੋਂ ਫਿਰ 11:30 ਵਜੇ ਟੈਂਕ ਸਾਡੇ ਦਰਵਾਜ਼ੇ ਦੇ ਅੱਗੋਂ ਦੀ ਲੰਘ ਗਏ। ਬੁਲਟ ਪ੍ਰੂਫ ਟੈਂਕ ਸੀ, ਫੌਜ ਟੈਂਕਾਂ ਦੇ ਅੰਦਰ ਸੀਗਾ ਤੇ ਸਾਡੀ ਉੱਥੇ ਕੋਈ ਹੁਣ ਵਾਹ ਨਹੀਂ ਜਾ ਰਹੀ ਸੀ। ਆਮ ਸਧਾਰਨ ਹਥਿਆਰ ਟੈਂਕਾਂ ਦਾ ਕੁਝ ਵਿਗਾੜ ਨਹੀਂ ਸੀ ਰਹੇ। ਉਹ ਬਹੁਤ ਨੁਕਸਾਨ ਕਰ ਰਹੇ ਸੀ ਫੌਜ। ਉਹ ਟੈਂਕਾਂ ਦੇ ਅੰਦਰ ਸੀ ਤੇ ਟੈਂਕ ਬੁਲਟ ਪ੍ਰੂਫ ਸੀ। ਤੇ ਫਿਰ ਜਦੋਂ ਟੈਂਕ 11:30 ਵਜੇ ਆਪਣੇ ਦਰਵਾਜ਼ੇ ਦੇ ਅੱਗੋਂ ਲੰਘ ਗਏ ਅਕਾਲ ਤਖਤ ਸਾਹਿਬ ਵਾਲੇ ਪਾਸੇ ਨੂੰ, ਤੇ ਅਸੀਂ ਮਨਪ੍ਰੀਤ ਸਿੰਘ ਨੂੰ ਇੱਕ ਥੰਮ ਦੇ ਪਿੱਛੇ ਲਟਾਇਆ ਹੋਇਆ ਸੀ। ਤੇ ਮੈਨੂੰ ਕਹਿੰਦੇ ਵੀ ਹੁਣ ਮੌਤ ਦਰਵਾਜ਼ੇ ਤੇ ਖੜੀ ਹੈ ਤੇ ਪ੍ਰੀਤਮ ਤੂੰ ਮਨਪ੍ਰੀਤ ਸਿੰਘ ਨੂੰ ਚੁੱਕ ਲਿਆ। ਤੇ ਜਦੋਂ ਅਸੀਂ ਇਹਦੇ ਮੂੰਹ ਤੇ ਜਾ ਕੇ ਟਾਰਚ ਮਾਰੀ ਤੇ ਇਹ ਹਨੇਰੇ ਦੇ ਵਿੱਚ ਹੀ ਬਾਹਾਂ ਮਾਰਨ ਲੱਗ ਗਿਆ, ਖੇਡ ਰਿਹਾ ਸੀਗਾ। ਔਰ ਐ ਜਿਵੇਂ ਨਾ ਉਹ ਸ਼ਹਾਦਤ ਹੀ ਪ੍ਰਾਪਤ ਕਰਨ ਆਇਆ ਸੀਗਾ, ਉਹ ਜੀਣ ਵਾਸਤੇ ਨਹੀਂ ਆਇਆ ਸੀ ਸਾਡੇ ਨਾਲ। ਉਹ ਮਸਤ ਰਿਹਾ, 18 ਦਿਨ ਰੋਇਆ ਨਹੀਂ। ਉਹ ਇੰਨੀ ਬੰਬਾਰਡਮੈਂਟ, ਇੰਨੀ ਗਰਮੀ, ਭੁੱਖ, ਤੇ ਸਾਰਾ ਦਿਨ ਉਹਨੂੰ ਦੇਖਿਆ ਹੀ ਨਹੀਂ ਵਿਚਾਰੇ ਨੂੰ ਵੀ ਉਹਨੂੰ ਦੁੱਧ ਪਾਣੀ ਕੁਛ ਨਹੀਂ, ਇੱਦਾਂ ਹੀ ਬਸ ਉਹੀ ਸੁੱਝ ਰਿਹਾ ਸੀਗਾ ਵੀ ਹਾਏ ਦੁਸ਼ਮਣ ਆ ਗਿਆ, ਹਾਏ ਦੁਸ਼ਮਣ ਆ ਗਿਆ, ਇੰਨਾ ਨੁਕਸਾਨ ਹੋ ਗਿਆ। ਤੇ ਉਸ ਵੇਲੇ ਉਹਨੂੰ ਚੁੱਕ ਕੇ ਲਿਆ ਕੇ ਫਿਰ ਅਸੀਂ ਉੱਥੇ ਹੀ ਬੈਠ ਗਏ ਦਰਵਾਜ਼ੇ ਦੇ ਲਾਗੇ, ਜਾਲੀ ਦੇ ਅੱਗੇ ਜਿੱਥੇ ਬੈਠੇ ਹੋਏ ਸੀ ਪਹਿਲਾਂ। ਉਦੋਂ ਹੀ ਉਹਨੂੰ ਮੈਂ ਦੁੱਧ ਦੇ ਕੇ ਛਾਤੀ ਨਾਲ ਲਾ ਕੇ ਇੱਦਾਂ ਥਾਪਣ ਲੱਗ ਗਈਆਂ। ਤੇ ਰਛਪਾਲ ਸਿੰਘ ਉਹਨਾਂ ਨੇ ਕੀਰਤਨ ਸੋਹਿਲਾ ਦਾ ਪਾਠ ਕੀਤਾ, ਅਰਦਾਸ ਕੀਤੀ ਆ। ਤੇ ਮੈਨੂੰ ਕਹਿੰਦੇ ਵੀ ਹੁਣ ਮੌਤ ਤਾਂ ਦਰਵਾਜ਼ੇ ਤੇ ਖੜੀ ਆ, ਕਿਸੇ ਵੇਲੇ ਵੀ ਆ ਸਕਦੀ ਆ। ਤੇ ਮੈਨੂੰ ਆਖਰੀ ਫਤਿਹ ਬੁਲਾਈ ਅਸੀਂ ਇੱਕ ਦੂਸਰੇ ਨੂੰ। ਇਹ 5 ਜੂਨ ਦੀ ਗੱਲ? 5 ਜੂਨ ਦੀ ਰਾਤ 12:15 ਵਜੇ ਦੀ ਗੱਲ। ਇੱਕ ਦੂਜੇ ਨੂੰ ਫਤਿਹ ਬੁਲਾਈ ਆ। ਤੇ ਮੈਨੂੰ ਕਹਿੰਦੇ ਵੀ ਬੋਲਿਆ ਚੱਲਿਆ ਮਾਫ਼ ਕਰੀ। ਤੇ ਮੈਂ ਇਹਨਾਂ ਦੇ ਪੈਰੀਂ ਹੱਥ ਲਾਏ ਤੇ ਮਨਪ੍ਰੀਤ ਸਿੰਘ ਦਾ ਮੱਥਾ ਚੁੰਮਿਆ ਉਹਨਾਂ ਨੇ। ਕਹਿੰਦੇ ਹੁਣ ਆਪਾਂ ਅਗਲੀ ਯਾਤਰਾ ਤੇ ਆ। ਬਸ ਸ਼ੁਕਰਾਨੇ 'ਚ ਜੁੜ ਗਏ, ਮਾਲਕ ਦੇ ਸ਼ੁਕਰਾਨੇ ਦੇ ਵਿੱਚ। ਬਈ ਧੰਨ ਭਾਗ ਨੇ ਸਾਡੇ, ਅਸੀਂ ਆਪਣੇ ਗੁਰਧਾਮ ਦੀ ਰਾਖੀ ਕਰਦੇ ਹਾਂ, ਇੱਥੇ ਆਪਣਾ ਜੀਵਨ ਸਾਰਥਕ ਕਰ ਰਹੇ ਹਾਂ। ਤੇ ਸਿੱਖ ਕੌਮ ਦਾ ਜਿਹੜਾ ਉਸਰਿਆ ਮਹਿਲ ਉਹਦੀਆਂ ਨੀਹਾਂ ਦੇ ਵਿੱਚ ਸਾਡੀਆਂ ਸਾਡਾ ਖੂਨ ਤੇ ਸਾਡਾ ਮਿੱਝ ਜਿਹੜਾ ਨਾ ਉਹ ਪੈ ਰਿਹਾ। ਸ਼ੁਕਰ ਮਨਾਇਆ ਸੀ। ਹਾਂਜੀ। ਫਿਰ ਜਦੋਂ ਫੌਜ ਪ੍ਰਕਰਮਾਂ ਦੇ ਵਿੱਚ ਸੀ, ਹਾਂ, ਉਹ ਜਦੋਂ ਅਸੀਂ ਵਾਹਿਗੁਰੂ ਵਾਹਿਗੁਰੂ ਕਰਨ ਲੱਗੇ, ਬਾਣੀ ਪੜ੍ਹਨ ਲੱਗੇ, ਆਪਣੀ ਵੀ ਬਸ ਆਖਰੀ ਫਤਿਹ ਤਾਂ ਬੁਲਾ ਲਈ ਸੀ ਵੀ ਹੁਣ ਕੌਣ ਪਹਿਲਾਂ ਸ਼ਹੀਦ ਹੁੰਦਾ, ਉਹਦਾ ਇੰਤਜ਼ਾਰ ਕਰ ਰਹੇ ਸੀ। ਤੇ ਗੋਲੀ ਵੀ ਪਹਿਲਾਂ ਸਾਨੂੰ ਮਾਂ ਪੁੱਤ ਨੂੰ ਵੱਜੀ। ਜਾਲੀ ਪਾੜ ਕੇ ਜਦੋਂ ਇੱਕ ਗੋਲੀ ਲੰਘੀ, ਬੇਟੇ ਦੀ ਪਿੱਠ ਚੀਰ ਕੇ ਮੇਰੀ ਛਾਤੀ ਦੇ ਅੰਦਰ ਧੱਸ ਗਈ ਤੇ ਪਿੱਛੇ ਪਤਲੀ ਮਾਸ ਦੀ ਤਹਿ 'ਚ ਅੜ ਗਈ। ਤੇ ਹੇਠਾਂ ਅਸਲਾ ਸੀ ਪਿਆ ਹੋਇਆ ਮੇਰੇ ਸਿਰਹਾਣੇ ਵਾਲੇ ਪਾਸੇ। ਤੇ ਇਹਨਾਂ ਨੂੰ ਇਹ ਵੀ ਡਿੱਗੇਗੀ ਤੇ ਇਹਦਾ ਸਿਰ ਪਾੜ ਜੂਗਾ, ਜੇ ਬਚਣਾ ਹੋਇਆ ਤਾਂ ਵੀ ਨਹੀਂ ਬਚਣਾ। ਫਿਰ ਇਹਨੇ ਵੀ ਸਿਰ ਵੀ ਪਾੜ ਜਾਏਗਾ ਤੇ ਇੱਥੇ ਪ੍ਰਬੰਧ ਤੇ ਕੋਈ ਹੈ ਨਹੀਂ ਸੀ। ਤੇ ਫਿਰ ਜਦੋਂ ਇਹਨਾਂ ਨੇ ਐ ਮੇਰੇ ਵੱਲ ਦੇਖਿਆ, ਕਹਿੰਦੇ ਤੂੰ ਤਾਂ ਮੇਰੇ ਤੋਂ ਪਹਿਲੇ ਤਿਆਰੀ ਕਰ ਲਈ। ਤੇ ਮਨਪ੍ਰੀਤ ਸਿੰਘ ਤੇ ਉਸੇ ਵੇਲੇ ਇਕੱਠਾ ਹੋ ਗਿਆ ਗੋਲੀ ਵੱਜਣ ਸਾਰੀ। ਤੇ ਮੈਂ ਹੇਠਾਂ ਛਾਤੀ ਤੇ ਮਨਪ੍ਰੀਤ ਸਿੰਘ ਸੀਗਾ ਤੇ ਇਹਨਾਂ ਦੇ ਪੁੜਪੜੀ 'ਚੋਂ ਗੋਲੀ ਆਰ ਪਾਰ ਹੋਈ ਤੇ ਮੇਰੇ ਉੱਤੇ ਸਿਰ ਤੇ ਡਿੱਗੇ। ਉਹਨਾਂ ਬੇਟੇ ਨੇ ਵੀ ਆਖਰੀ ਸਾਹ ਮੇਰੀ ਛਾਤੀ ਤੇ ਲਿਆ, ਇਹਨਾਂ ਨੇ ਵੀ ਮੇਰੇ ਸਿਰ ਤੇ ਲਿਆ ਆਖਰੀ ਸਾਹ। ਉਨੀ ਦੇਰ ਤੱਕ ਮੈਂ ਇਹਨਾਂ ਦੇ ਸਿਰ ਥੱਲਿਓਂ ਆਪਣਾ ਸਿਰ ਨਹੀਂ ਖਿੱਚਿਆ ਇਹਨਾਂ ਦੇ ਸਿਰ, ਜਿੰਨੀ ਦੇਰ ਤੱਕ ਸਾਹ ਚੱਲਦਾ ਰਿਹਾ। ਮਨਪ੍ਰੀਤ ਸਿੰਘ ਦਾ ਜਨਮ ਉੱਥੇ ਹੋਇਆ ਸੀਗਾ? ਮਨਪ੍ਰੀਤ ਸਿੰਘ ਦਾ ਜਨਮ ਬਾਹਰ ਬਾਬਾ ਟਲ ਰਾਏ ਸਾਹਿਬ ਗੁਰਦੁਆਰਾ ਹੈ, ਉਹਦੇ ਗਲੀ ਦੇ ਵਿੱਚ ਇੱਕ ਪ੍ਰਾਈਵੇਟ ਨਰਸਿੰਗ ਹੋਮ ਸੀਗਾ, ਉੱਥੇ ਹੋਇਆ ਸੀ। ਤੇ ਜਦੋਂ ਸੰਤਾਂ ਨੂੰ ਪਤਾ ਸੀ ਕਿ ਦਰਬਾਰ ਸਾਹਿਬ ਦੇ ਉੱਪਰ ਅਟੈਕ ਹੋਣਾ, ਭਾਰਤੀ ਹਕੂਮਤ ਫੌਜ ਚੜ੍ਹ ਕੇ ਆਏਗੀ, ਤਾਂ ਸੰਤਾਂ ਨੇ ਤੁਹਾਨੂੰ ਅਪੀਲ ਨਹੀਂ ਕੀਤੀ ਕਿ ਤੁਸੀਂ ਇੱਥੋਂ ਚਲੇ ਜਾਓ ਕਿਸੇ ਸਿੱਖ ਜਗ੍ਹਾ? ਮੈਂ ਤਾਂ 6 ਮਹੀਨੇ ਪਹਿਲਾਂ ਹੀ ਸੰਤਾਂ ਨਾਲ ਕਮਿਟਡ ਸੀਗੀ ਵੀ ਮੈਂ ਜਾਣਾ ਨਹੀਂ ਹੈ, ਮੈਂ ਇੱਥੇ ਸ਼ਹੀਦ ਹੋਣਾ।
ਕਿਹੜੇ ਕਿਹੜੇ ਤੁਹਾਡੇ ਕੋਲ ਵੀ ਹਥਿਆਰ ਸੀਗੇ? ਹਥਿਆਰ ਹੀ ਸੀ ਉੱਥੇ, ਹੈ ਵੀ ਕੀ ਸੀ ਹੋਰ, ਅਸੀਂ ਕਿਹੜੇ ਉੱਥੇ ਛਣਕਣੇ ਵਜਾਉਣ ਡੇ ਸੀ। ਕਿਹੜੇ ਕਿਹੜੇ ਹਥਿਆਰ ਸੀਗੇ ਤੁਹਾਡੇ ਕੋਲ? ਇਹ ਗੱਲਾਂ ਕੋਈ ਪੁੱਛਣ ਵਾਲੀਆਂ ਨਹੀਂ ਹੈਗੀਆਂ ਬੇਟੇ। ਜਿਹੜੇ ਹਥਿਆਰਾਂ ਨੂੰ ਚਲਾਉਣ ਵਾਸਤੇ ਟ੍ਰੇਨਿੰਗ ਵੀ ਲੈਣੀ ਪੈਂਦੀ ਸੀ? ਦੇਖ ਕੇ ਹੀ ਆ ਜਾਂਦਾ ਸਾਰਾ ਕੁਝ। ਕੋਈ ਵੀ ਲਿਆਓ ਹਥਿਆਰ ਮੇਰੇ ਸਾਹਮਣੇ, ਤੁਸੀਂ ਮੇਰੇ ਸਾਹਮਣੇ ਰੱਖੋਗੇ ਤੇ ਮੈਂ ਵੇਖ ਲਵਾਂ ਕਿ ਮੈਗਜ਼ੀਨ ਕਿੱਥੋਂ ਨਿਕਲਦਾ ਤੇ ਪੈਂਦਾ। ਇਹ ਕਿੱਡਾ ਔਖਾ ਕੰਮ ਹੈ। ਜਿਹੜਾ ਕਿਸੇ ਤੇ ਨਿਸ਼ਾਨਾ ਸਾਧਣਾ ਪੈਂਦਾ ਉਹਦਾ ਗੁਰੂ ਮਹਾਰਾਜ ਆਪੇ ਸਿਰ ਤੇ ਹੱਥ ਰੱਖ ਕੇ ਸੇਵਾ ਲੰਦਾ। ਜਦੋਂ ਆਪ ਜਬ ਆਪ ਕੀ ਔਦ ਨਿਧਾਨ ਬਣੇ ਆਤੀ ਹਿਰਨ ਮੈਂ ਤਬ ਜੂਝ ਮਰੋ। ਇੱਕ ਜਜ਼ਬਾ ਹੁੰਦਾ ਬੰਦੇ ਦੇ ਅੰਦਰ, ਜਦੋਂ ਕਮਿਟਡ ਹੁੰਦਾ ਬੰਦਾ ਜੀ, ਉਹਨੂੰ ਆਪਣੀ ਮੰਜ਼ਿਲ ਦਿਸਰੀ ਹੁੰਦੀ ਹੈ ਤੇ ਉਹ ਰਸਤੇ 'ਚ ਆਉਣ ਵਾਲੀਆਂ ਅੜਚਣਾਂ ਕੋਈ ਮਾਇਨੇ ਨਹੀਂ ਰੱਖਦੀਆਂ ਉਹਦੇ ਲਈ। ਸੰਤਾਂ ਦੀ ਅਗਵਾਈ ਦੇ ਵਿੱਚ ਹੋਰ ਵੀ ਮਾਤਾਵਾਂ ਭੈਣਾਂ ਸੀ ਜਿਹੜੀਆਂ ਲੜਦੀਆਂ ਸੀ ਫੌਜ ਨਾਲ? ਮੈਨੂੰ ਨਹੀਂ ਲੱਗਦਾ। ਤੁਸੀਂ ਇਕੱਲੇ ਸੀ? ਇੱਕ ਭਾਈ ਹਰਮਿੰਦਰ ਸਿੰਘ ਸੰਧੂ ਜਨਰਲ ਸੈਕਟਰੀ ਫੈਡਰੇਸ਼ਨ ਦੇ, ਉਹਨਾਂ ਦੀ ਧਰਮ ਪਤਨੀ ਬੀਬੀ ਪਰਮਜੀਤ ਕੌਰ ਤੇ ਇੱਕ ਗਰਲਜ਼ ਵਿੰਗ ਫੈਡਰੇਸ਼ਨ ਦੀ ਪ੍ਰੈਜ਼ੀਡੈਂਟ ਸੀਗੀ ਕੁੜੀ ਉਪਕਾਰ ਕੌਰ, ਇਹ ਦੋਵੇਂ ਅਕਾਲ ਰੈਸਟ ਹਾਊਸ ਵਿੱਚ ਸੀਗੀਆਂ। ਤੇ ਜਦੋਂ ਉਹ ਇੱਧਰ ਨੂੰ ਆਏ ਨੇ ਤੇਜਾ ਸਿੰਘ ਸਮੁੰਦਰੀ ਹਾਲ ਵਾਲੇ ਪਾਸੇ ਨੂੰ, ਇਹਨਾਂ ਨੂੰ ਵੀ ਉੱਥੋਂ ਕੱਢ ਦਿੱਤਾ। ਤੇ ਇਹ ਬਾਬਾ ਟਲ ਰਾਏ ਸਾਹਿਬ ਵਾਲੇ ਪਾਸੇ, ਜਿਹੜਾ ਜਿੱਥੇ ਮੈਂ ਦੱਸਦੀ ਬੇਟੇ ਦਾ ਜਨਮ ਹੋਇਆ ਸੀ, ਉਹਦੇ ਨਾਲ ਹੀ ਉਹ ਭਾਈ ਮਨਜੀਤ ਸਿੰਘ ਦੇ ਸਹੁਰਿਆਂ ਦਾ ਘਰ, ਜਿਹੜਾ ਹਰਮਿੰਦਰ ਗਿੱਲ MLA ਆ ਜੀ, ਉਹਨਾਂ ਦਾ ਘਰ ਸੀ ਉੱਥੇ। ਤੇ ਇਹ ਉਹਨਾਂ ਦੇ ਘਰ ਵੜ ਗਏ, ਇਹਨਾਂ ਕੋਲ ਛੋਟੇ ਵੈਪਨ ਸੀ। ਜਿਹੜੀ ਸੱਚਾਈ ਆ, ਇਹ ਮੇਨ ਦਰਵਾਜ਼ਾ ਜਿਹੜਾ ਬਾਹਰਲਾ ਸੀਗਾ ਲੱਕੜ ਦਾ ਉਹਨਾਂ ਦਾ, ਇੱਕ ਸੱਜੇ ਖਲੋ ਗਈ, ਇੱਕ ਖੱਬੇ ਖਲੋ ਗਈ ਉੱਥੇ। ਤੇ ਜਦੋਂ ਫੌਜ ਉੱਥੋਂ ਲੰਘਣ ਲੱਗੀ ਤੇ ਉਹਨਾਂ ਨੇ ਦੇਖ ਲਿਆ ਅੰਦਰ, ਤੇ ਇਹ ਦੋਵੇਂ ਉੱਥੇ ਮਾਰ ਦਿੱਤੀਆਂ ਉਹਨਾਂ ਨੇ। ਇਹ ਸ਼ਹੀਦ ਹੋਈਆਂ ਦੋਵੇਂ ਉੱਥੇ। ਹਾਂਜੀ ਜੀ। ਤੇ ਤੁਸੀਂ ਫਿਰ ਤੁਹਾਡੀ ਜਿਹੜੀ ਗ੍ਰਿਫਤਾਰੀ ਹੁੰਦੀ ਆ ਫੌਜ ਵੱਲੋਂ, ਫਿਰ ਕਿੰਨੀ ਤਰੀਕ ਨੂੰ ਹੁੰਦੀ? 6 ਜੂਨ ਬਾਅਦ ਦੁਪਹਿਰ। 6 ਜੂਨ ਨੂੰ ਦੁਪਹਿਰ ਤੋਂ ਬਾਅਦ। ਸੰਤਾਂ ਦੀ ਸ਼ਹਾਦਤ ਉਸ ਤੋਂ ਪਹਿਲਾਂ ਹੋ ਚੁੱਕੀ ਸੀ? ਜਨਰਲ ਸ਼ਬੀਕ ਸਿੰਘ ਦੀ, ਭਾਈ ਠਾਰਾ ਸਿੰਘ, ਜਨਰਲ ਸ਼ਬੀਕ ਸਿੰਘ ਤੇ 5 ਜੂਨ ਦੀ ਰਾਤ ਨੂੰ ਹੀ ਮੇਰਾ ਖਿਆਲ ਸ਼ਹੀਦ ਹੋ ਗਏ, ਸ਼ਾਮ ਨੂੰ ਹੀ। ਤੁਹਾਨੂੰ ਜਿਹੜੀ ਸੰਤਾਂ ਦੀ ਸ਼ਹਾਦਤ ਦੀ ਖਬਰ ਉਹ ਫਿਰ ਕਿਵੇਂ ਮਿਲਦੀ ਹੈ, ਕਿਹੜੇ ਜ਼ਰੀਏ ਦੇ ਮੁਤਾਬਕ? ਮੇਰਾ ਖਿਆਲ ਅਜੇ ਅਸੀਂ ਉੱਥੇ ਹੀ ਸੀਗੇ, ਉਹ ਸਨਾਟਾ ਦੱਸਦਾ ਸੀਗਾ ਵੀ ਸੰਤ ਜਰਨੈਲ ਸਿੰਘ ਹੁਣੀ ਨਹੀਂ ਰਹੇ। ਜਦੋਂ ਮੈਨੂੰ ਪ੍ਰਕਰਮਾ ਚੋਂ ਲੈ ਕੇ ਜਾ ਰਹੇ ਸੀ ਗ੍ਰਿਫਤਾਰ ਕਰਕੇ, ਉਹ ਸਨਾਟਾ ਹੀ ਦੱਸਦਾ ਸੀ। ਜੇ ਕਿਤੇ ਉਹ ਹੁੰਦੇ ਉੱਥੇ ਤੇ ਉਹ ਮੈਨੂੰ ਲੈ ਕੇ ਜਾ ਰਹੀ ਹੁੰਦੀ ਫੌਜ, ਤੇ ਉਹ ਦੇਖ ਰਹੇ ਹੁੰਦੇ, ਹੋ ਨਹੀਂ ਸਕਦਾ ਸੀਗਾ ਵੀ ਉਹ ਬਾਹਰ ਨਾ ਨਿਕਲਦੇ। ਜਦ ਤੱਕ ਸ਼ਹੀਦ ਹੋ ਚੁੱਕੇ ਸੀਗੇ। ਫਿਰ ਰਾਤ ਜਦੋਂ ਸਾਨੂੰ ਅਰੈਸਟ ਕਰਕੇ ਉੱਥੇ ਹੀ ਬਾਹਰ ਬਿਠਾਈ ਰੱਖਿਆ ਘੰਟਾ ਘਰ ਵਾਲੇ ਪਾਸੇ, ਤੇ ਸਵੇਰੇ ਸ਼ਨਾਖਤ ਵੀ ਹੋਈ ਮਹਾਂਪੁਰਸ਼ਾਂ ਦੀ ਲਾਸ਼ ਦੀ, ਤੇ ਭਾਈ ਅਮਰੀਕ ਸਿੰਘ ਹੁਣਾਂ ਦੀ। ਤੇ ਆਪਣੇ ਉਸ ਤੋਂ ਬਾਅਦ ਹੀ ਫਿਰ ਇਹ 3 ਗੱਡੀਆਂ ਦੇ ਵਿੱਚ ਲਾਸ਼ਾਂ ਵੀ ਲੈ ਕੇ ਗਏ। ਜਨਰਲ ਸ਼ਬੀਕ ਸਿੰਘ ਹੁਣਾਂ ਦੀ ਲਾਸ਼ ਤਾਂ ਬਹੁਤ ਫੁੱਲ ਗਈ ਹੋਈ ਸੀਗੀ, ਤੇ ਉਹ ਓਪਨ ਟਰੱਕ ਦੀ ਬੋਡੀ ਦੇ ਉੱਪਰ ਰੱਖ ਕੇ ਲੈ ਕੇ ਗਏ ਸੀ। ਹੁਣ ਸਾਨੂੰ ਜਿੰਨਾ ਮਰਜ਼ੀ ਕੋਈ ਉੱਥੇ ਕਹੀ ਜਾਂਦਾ ਸੀ ਸੰਤ ਨਿਕਲ ਗਏ, ਸੰਤ ਜਿੰਦਾ ਨੇ। ਇੱਕ ਵਾਰੀ ਇੱਕ ਫੌਜੀ ਵੀ ਮੇਰੇ ਲਾਗੋਂ ਦੀ ਲੰਘਦਾ ਕਹਿ ਗਿਆ, ਕਹਿੰਦਾ ਸੰਤ ਨਿਕਲ ਗਏ ਨੇ, ਚੜ੍ਹਦੀ ਕਲਾ 'ਚ ਨੇ। ਮੈਂ ਕਿਹਾ ਤੁਰਿਆ। ਫਿਰ ਮੈਂ ਮਨ 'ਚ ਸੋਚਿਆ ਸਾਨੂੰ ਕੀ ਨਹੀਂ ਪਤਾ ਕੀ ਹੋਇਆ ਅੰਦਰ। ਜਿਹੜੇ ਫੌਜੀ ਸੀ ਉਹ ਭਾਰਤ ਦੇ ਨਾਲ ਸੰਬੰਧਿਤ ਸੀ, ਕੋਈ ਪੰਜਾਬ ਦੇ ਨਾਲ ਸੰਬੰਧਿਤ ਵੀ ਸੀ, ਜਾਂ ਹੋਰ ਵੀ ਬਾਹਰ ਤੋਂ ਸੀਗੇ? ਨਹੀਂ, ਸਹਿਮ ਹੀ ਇੰਨਾ ਜ਼ਿਆਦਾ ਸੀ। ਜਿਹੜਾ ਵੀ ਮਾੜਾ ਜਿਹਾ ਜਿਹਦੇ ਤੇ ਵੀ ਸ਼ੱਕ ਪੈਂਦਾ ਸੀ ਫੌਜ ਨੂੰ ਵੀ ਇਹ ਬੰਦਾ ਇਹਨਾਂ ਦੀ ਹਮਦਰਦੀ ਕਰ ਸਕਦਾ, ਇਹਨਾਂ ਦੇ ਫੇਵਰ 'ਚ ਜਾ ਸਕਦਾ, ਗੋਲੀ ਮਾਰੀ ਜਾਂਦੇ ਸੀ। ਫੌਜ ਥੋੜ੍ਹੀ ਮਾਰੀ ਉਹਨਾਂ ਨੇ, ਬਹੁਤ ਫੌਜ ਮਾਰੀ। ਕੁਛ ਫੌਜ ਬਾਗੀ ਹੋਈ ਹੈ ਜਿਹੜੀ, ਉਹ ਵੀ ਬਹੁਤ ਥੋੜ੍ਹੀ ਫੌਜ ਮਾਰੀ ਆ ਇਹਨਾਂ ਨੇ ਬੈਰਕਾਂ ਛੱਡੀਆਂ ਸੀ, ਔਰ ਇਹਨਾਂ ਦੇ ਕਹਿਣ 'ਤੇ ਛੱਡੀਆਂ ਸੀ, ਬਾਦਲਾਂ ਦੇ। ਕੁਝ ਵੀ ਮੰਨਿਆ ਜਾਂਦਾ ਹੈ ਕਿ ਲਿਖਿਆ ਮਿਲਦਾ ਕਿਤਾਬਾਂ ਦੇ ਵਿੱਚ ਵੀ ਕੁਝ ਉੱਥੇ ਲੀਡਰ ਸੀਗੇ ਜਿਨ੍ਹਾਂ ਦੀ ਆਪਸ ਦੇ ਵਿੱਚ ਸੈਂਟਰ ਦੇ ਨਾਲ ਪਹਿਲਾਂ ਸੁਲ੍ਹਾ ਹੋਈ ਸੀ, ਬਾਹਾਂ ਖੜੀਆਂ ਕਰਕੇ ਨਿਕਲੇ ਸੀ, ਸੰਤਾਂ ਦੇ ਵਾਕ ਦੇ ਉਲਟ ਹੋਏ ਸੀਗੇ। ਉਹ ਤਾਂ ਹੁਣ ਪਤਾ ਹੀ ਹੈ ਸਾਰਿਆਂ ਨੂੰ, ਦੱਸ ਹੀ ਰਹੀ ਹਾਂ ਮੈਂ ਵੀ। ਉਹਨਾਂ ਨੂੰ ਤਾਂ ਇੰਦਰਾ ਗਾਂਧੀ ਨੇ ਤਾਂ ਸੇਫ ਕੱਢ ਲਿਆ, ਉਹਨਾਂ ਨੂੰ ਪਹਿਲੇ ਹੀ ਜਿੰਦਾ ਕੱਢ ਲਿਆ। ਇਹਨਾਂ ਨੂੰ ਤਾਂ ਝਰੀਟ ਵੀ ਨਹੀਂ ਆਉਣੀ ਚਾਹੀਦੀ। ਜਵਾਈਆਂ ਵਾਂਗ ਰੱਖਿਆ ਉਹਨਾਂ ਨੂੰ ਰੈਸਟ ਹਾਊਸਾਂ ਦੇ ਵਿੱਚ ਸਾਰਿਆਂ ਨੂੰ। ਜਿਹੜੇ ਸਿੰਘ ਫੜੇ ਗਏ ਸੀ, ਜਾਂ ਜਿਹੜੀਆਂ ਉੱਥੇ ਸਿੱਖ ਸੰਗਤਾਂ ਦੇ ਵਿੱਚੋਂ ਕੁਝ ਸ਼ਖਸੀਅਤਾਂ ਨੂੰ ਫੜਿਆ ਗਿਆ ਸੀ, ਤਾਂ ਉਹਨਾਂ ਦੇ ਉੱਪਰ
ਜਿਹੜੀ ਭਾਰਤੀ ਫੌਜ ਸੀ ਉਹਨਾਂ ਦਾ ਰਵੱਈਆ ਕਿਸ ਤਰ੍ਹਾਂ ਦਾ ਸੀ? ਬਹੁਤ ਮਾੜਾ ਸੀ। ਉਹਨਾਂ ਨੇ ਇੱਕ ਇੱਕ ਕਮਰੇ ਦੇ ਵਿੱਚ 40 40 50 50 ਬੰਦੇ ਡੱਕ ਦਿੱਤੇ, ਕੱਪੜੇ ਗਲ ਨਹੀਂ ਸੀ, ਸਿਰਾਂ ਤੇ ਦਸਤਾਰਾਂ ਨਹੀਂ ਸੀ, ਪੈਰ ਨੰਗੇ ਸੀ, ਖਾਲੀ ਹੱਥ ਬੰਨੇ ਹੋਏ ਉਹਨਾਂ ਦੇ ਹੱਥ, ਰੋਟੀ ਨਹੀਂ, ਪਾਣੀ ਨਹੀਂ, ਗਰਮੀ ਨਾਲ ਤੇ ਤੇਹ ਨਾਲ ਹੀ ਭੁੱਖੇ ਬਹੁਤੇ ਮਰ ਗਏ ਤੇ ਬਹੁਤੇ ਉਹਨਾਂ ਨੇ ਮਾਰ ਦਿੱਤੇ। ਮਾਰ ਮਾਰ ਕੇ ਲਿਆ ਕੇ ਫਿਰ ਪਰਿਕਰਮਾ 'ਚ ਸੁੱਟ ਰਹੇ ਸੀ, ਦਹਿਸ਼ਤ ਫੈਲਾਉਣ ਵਾਸਤੇ, ਹਿੰਦੂਆਂ ਨੂੰ ਖੁਸ਼ ਕਰਨ ਵਾਸਤੇ, ਬਈ ਆ ਇੰਨਾ ਦਰਦ ਅਸੀਂ ਸਿੱਖ ਕੌਮ ਨੂੰ ਦੇ ਰਹੇ ਹਾਂ। ਗਈ ਕਿ ਗਈ ਕੌਮ, ਖਤਮ ਕੀਤੀ ਕਿ ਕੀਤੀ। ਹਿੰਦੂਆਂ ਦਾ ਚੁਬਾਰਿਆਂ 'ਚੋਂ ਘਰਾਂ 'ਚੋਂ ਬਾਹਰ ਨਿਕਲ ਕੇ ਸਾਡੇ ਸਾਹਮਣੇ ਭਾਂਗੜੇ ਪਾਉਣੇ, ਲੱਡੂ ਵੰਡਣੇ ਤੇ ਪੂੜੀਆਂ ਛੋਲੇ ਵੰਡਣੇ, ਦੱਸਦਾ ਨਹੀਂ ਸੀ ਵੀ ਉਹ ਕਿੰਨੇ ਖੁਸ਼ ਨੇ। ਤੇ ਫੌਜ ਕਿਹਦੀ ਖੁਸ਼ੀ ਵਾਸਤੇ ਕਰ ਰਹੀ ਹੈ ਸਾਰਾ ਕੁਝ? ਇਹਨਾਂ ਨੇ ਤਾਂ ਹਿੰਦੂ ਰਾਸ਼ਟਰ 84 'ਚ ਹੀ ਬਣਾ ਲੈਣਾ ਸੀ। ਪਰ ਹੋ ਸਕਦਾ ਹੈ, ਕੁਦਰਤ ਬੜੀ ਬੇਅੰਤ ਹੈ, ਇਹਨਾਂ ਦਾ ਇਹ ਸੁਪਨਾ ਕਦੀ ਪੂਰਾ ਨਹੀਂ ਹੋ ਸਕਦਾ। ਤੁਹਾਨੂੰ ਫਿਰ ਅਰੈਸਟ ਕਰਨ ਤੋਂ ਬਾਅਦ ਕਿਹੜੀ ਜਗ੍ਹਾ ਤੇ ਉੱਪਰ ਲਿਜਾਇਆ ਜਾਂਦਾ? ਫੌਜੀ ਕੈਂਪ 'ਚ ਕੋਈ ਸਕੂਲ ਸੀਗਾ, ਆਰਮੀ ਸਕੂਲ ਸੀ ਸ਼ਾਇਦ, ਜਿੱਥੇ ਸਾਨੂੰ ਰੱਖਿਆ ਸੀ। ਮੈਨੂੰ ਅਲੱਗ ਸਾਰੀਆਂ ਬੀਬੀਆਂ ਨਾਲੋਂ, ਬੀਬੀਆਂ ਵੱਖ ਮੇਰੇ ਗਾੜੀ ਹੱਥ ਜੋੜੀਆਂ, ਜਿਹੜੀਆਂ ਬੀਬੀਆਂ ਰੋਜ਼ ਮੇਰੇ ਦਰਵਾਜ਼ੇ ਤੇ ਖੜੀਆਂ ਰਹਿੰਦੀਆਂ ਸੀ ਨਾ, ਬੀਬੀ ਜੀ ਆਹ ਸਾਡੀ ਜ਼ਰੂਰਤ ਹੈ, ਆਹ ਜ਼ਰੂਰਤ ਹੈ, ਸਾਡੇ ਲਈ ਆਹ ਕਰੋ, ਆਹ ਕਰੋ। ਉਹ ਬੀਬੀਆਂ ਮੈਨੂੰ ਇਸ਼ਾਰੇ ਕਰੀਆਂ ਸੀ ਵੀ ਬੀਬੀ ਜੀ ਸਾਡੇ ਨੇੜੇ ਨਾ ਆਇਓ, ਤੁਹਾਨੂੰ ਤੇ ਇਹਨਾਂ ਨੇ ਮਾਰ ਦੇਣਾ, ਸਾਨੂੰ ਨਾ ਬਰਬਾਦੀ ਕਿਤੇ। ਤਾਂ ਮੈਂ ਇੱਕ ਨੁੱਕਰੇ ਇੱਦਾਂ ਇਕੱਲੀ ਲੱਗੀ ਰਹਿੰਦੀ ਸੀ, ਕੰਧ ਨਾਲ ਢੋਲ ਲਾ ਕੇ, ਤੇ ਮੈਂ ਬਾਣੀ ਪੜ੍ਹਦੀ ਰਹਿੰਦੀ ਸੀ। ਛਾਤੀ 'ਚ ਗੋਲੀ ਵੱਜੀ ਹੋਈ ਸੀ, ਪਿੱਛੇ ਅੜੀ ਹੋਈ ਸੀ, 18 ਦਿਨ ਪਹਿਲੇ ਬੱਚੇ ਨੂੰ ਜਨਮ ਦਿੱਤਾ ਸੀ, ਪੈਰ ਤੇ ਬਾਹਾਂ ਮੇਰੇ ਹੱਥ ਛਾਲਿਆਂ ਨਾਲ ਭਰੇ ਸੀ ਸਾਰੇ, ਤੇ ਭੁੱਜ ਗਏ ਹੋਏ ਸੀ ਪੈਰ, ਨੰਗੇ ਧੁੱਪੇ ਗਰਮੀ ਦੇ ਵਿੱਚ, ਜੂਨ ਦਾ ਮਹੀਨਾ ਸੀ। ਸਿਰ 'ਚ ਰਛਵਾਲ ਦਾ ਖੂਨ ਸੀ, ਕੇਸ ਸਾਰੇ ਮੇਰੇ ਝੜ ਗਏ, ਮੁੱਢਾਂ ਤੋਂ ਹੀ ਉਖੜ ਗਏ ਜਦੋਂ ਇੱਕ ਬੀਬੀ ਨੇ ਪਾਣੀ ਪਾ ਕੇ ਮੇਰੇ ਸਿਰ 'ਚੋਂ ਖੂਨ ਕੱਢਿਆ ਸੀ। ਚੁੰਨੀ ਪਾੜ ਗਈ ਸੀ ਮੇਰੀ, ਲੀਰਾਂ ਲੱਥੀਆਂ ਪਈਆਂ ਸੀ। ਪੌਣੇ 2 ਮਹੀਨੇ ਹੋਣਾ ਇੱਕੋ ਹੀ ਕੱਪੜਿਆਂ 'ਚ ਰਹੀ ਮੈਂ, ਪੌਣੇ 2 ਮਹੀਨਿਆਂ ਤੱਕ। ਪੌਣੇ 2 ਮਹੀਨਿਆਂ ਬਾਅਦ ਜਦੋਂ ਮੇਰੀ ਲੁਧਿਆਣਾ ਜੇਲ੍ਹ 'ਚ ਮੈਨੂੰ ਭੇਜਿਆ ਇਹਨਾਂ ਨੇ, ਸ਼ਿਫਟ ਕੀਤਾ, ਤੇ ਉੱਥੇ ਗੋਲੀ ਕਢਾਈ ਜੇਲ੍ਹ ਵਾਲਿਆਂ ਨੇ ਮੇਰੀ। ਤੇ ਫਿਰ ਜਾ ਕੇ ਮੈਨੂੰ ਮੇਰੀ ਮਾਂ ਦੇ ਕੇ ਗਈ ਕੱਪੜੇ, ਮੇਰੀ ਭੈਣ ਦਾ ਇੱਕ ਸੂਟ ਦੇ ਕੇ ਗਈ ਤੇ ਇੱਕ ਚੱਪਲ ਦੇ ਕੇ ਗਈ। ਫਿਰ ਮੈਂ ਉਹ ਕੱਪੜੇ ਬਦਲੇ ਸੀ। ਕਿੰਨਾ ਸਮਾਂ ਜੇਲ੍ਹ ਵਿੱਚ ਰੱਖਿਆ ਤੁਹਾਨੂੰ? ਹਾਂ, ਕੋਈ 1.5 ਮਹੀਨਾ ਕੈਂਪ ਦੇ ਵਿੱਚ, ਤੇ 2 ਮਹੀਨੇ ਲੁਧਿਆਣਾ ਜੇਲ੍ਹ 'ਚ, 6 ਮਹੀਨੇ ਨਾਭਾ ਜੇਲ੍ਹ ਦੀਆਂ ਚੱਕੀਆਂ 'ਚ, ਤੇ ਪੂਰੇ 3 ਸਾਲ ਜੋਧਪੁਰ ਜੇਲ੍ਹ 'ਚ। ਤਸ਼ੱਦਦ ਵੀ ਕੀਤਾ ਗਿਆ? ਬਥੇਰਾ ਟਾਰਚਰ, ਬਥੇਰਾ ਮਾਨਸਿਕ ਤੌਰ ਤੇ ਬਹੁਤ ਟਾਰਚਰ ਕੀਤਾ, ਬਹੁਤ ਜ਼ਿਆਦਾ। ਨਾਲੇ ਮੇਰੇ ਤੇ ਜ਼ਿਆਦਾ ਸੀਗਾ ਉਹਨਾਂ ਦਾ, ਮੈਂ ਦਬਦੀ ਨਹੀਂ ਸੀ। ਦੋਸਤੋ, ਇਹ ਸਨ ਬੀਬੀ ਪ੍ਰੀਤਮ ਕੌਰ ਜੀ, ਜਿਨ੍ਹਾਂ ਨੇ ਜੂਨ 1984 ਦੇ ਘੱਲੂਘਾਰੇ ਦੇ ਵਿੱਚ ਭਾਰਤੀ ਫੌਜ ਦੇ ਨਾਲ ਮੁਕਾਬਲਾ ਹੀ ਨਹੀਂ ਕੀਤਾ, ਸਗੋਂ ਸਿੱਖ ਸੰਘਰਸ਼ ਦੇ ਦਰਮਿਆਨ ਵੀ ਆਪਣੇ ਤਨ ਦੇ ਉੱਪਰ ਤਮਾਮ ਵਿਪਤਾਵਾਂ ਨੂੰ ਝੱਲਿਆ ਏ। ਔਰ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਸ ਤਰ੍ਹਾਂ ਦੀਆਂ ਤਮਾਮ ਸ਼ਖਸੀਅਤਾਂ ਨੂੰ ਲੈ ਕੇ ਤੁਹਾਡੇ ਦਰਮਿਆਨ ਹਾਜ਼ਰ ਹੋਵਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।